ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ 9ਵੀਂ ਅਸ਼ਟਪਦੀ ਦਾ ਇਹ 6ਵਾਂ ਪਦਾ ਹੈ। ਸਤਿਗੁਰੂ ਜੀ ਇਸ ਪਦੇ ਦੇ ਵਿੱਚ 275 ਅੰਗ ਤੇ ਸੁਭਾਇਮਾਨ ਜੋ ਪਦਾ ਸਮਝਾਉਂਦੇ ਨੇ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ। ਜਿਹੜੀ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਆਗਿਆ ਹੈ, ਜੋ ਪ੍ਰਮਾਤਮਾ ਜੀ ਦਾ ਹੁਕਮ ਹੈ, ਉਹਨੂੰ ਸੱਤ ਕਰਕੇ ਮੰਨਦਾ ਹੋਵੇ। ਜੋ ਰੱਬ ਦਾ ਹੁਕਮ ਹੈ, ਜੋ ਰੱਬ ਵੱਲੋਂ ਸਾਨੂੰ ਹੁਕਮ ਦੇ ਦਿੱਤਾ, ਔਰ ਹੁਕਮ ਮੁੱਖ ਜਿਹੜਾ ਹੈ ਉਹ ਇੱਕ ਹੀ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਨਾਮ ਜਪ, ਵਾਹਿਗੁਰੂ ਜੀ ਦਾ ਨਾਮ ਜਪ। ਸੋ ਉਸ ਹੁਕਮ ਨੂੰ ਛੱਡ ਕੇ ਜਦੋਂ ਮਨੁੱਖ ਇਸ ਸੰਸਾਰ ਦੇ ਝਮੇਲਿਆਂ ਦੇ ਵਿੱਚ ਪੈ ਜਾਂਦਾ ਹੈ ਨਾ, ਕਈ ਵਾਰੀ ਅਸੀਂ ਸੋਚਦੇ ਹਾਂ ਜੇ ਰੱਬ ਜੀਆਂ ਨੇ ਇੰਨੀ ਕਠਿਨਾਈ ਦੇ ਵਿੱਚ ਸਾਨੂੰ ਨਾਮ ਤੋਂ ਬਿਨਾ ਸਾਡਾ ਜੀਵਨ ਹੀ ਨਹੀਂ ਹੈਗਾ, ਇੰਨੇ ਝਮੇਲੇ, ਇੰਨਾ ਖਲਾਰਾ, ਇੰਨਾ ਪਸਾਰਾ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਹੀ ਕਿਉਂ ਦਿੱਤਾ। ਜੇ ਰੱਬ ਜੀਆਂ ਦਾ ਨਾਮ ਜਪਣ ਵਾਸਤੇ ਅਸੀਂ ਆਏ ਆ, ਤੇ ਫਿਰ ਇੰਨਾ ਜਿਹੜਾ ਪਸਾਰਾ, ਧੀਆਂ ਪੁੱਤਰ, ਹੋਰ ਕੰਮ ਕਾਜ, ਝਮੇਲੇ ਸਾਨੂੰ ਕਿਉਂ ਚਮੇੜ ਦਿੱਤੇ ਨੇ? ਕਿਉਂ ਸਾਨੂੰ ਇਹ ਇੰਨੇ ਜ਼ਿਆਦਾ ਚਮੇੜੇ ਹੋਏ ਨੇ? ਕਿਉਂ ਨਾ ਅਸੀਂ ਇਕੱਲਾ ਨਾਮ ਹੀ ਜਪ ਲੈਂਦੇ? ਕਿਉਂ ਨਾ ਅਸੀਂ ਇਕੱਲੀ ਬੰਦਗੀ ਕਰ ਲੈਂਦੇ? ਬਾਕੀ ਸੰਸਾਰ ਦੇ ਵਿੱਚ ਜਿਹੜਾ ਕਾਰਜ ਵਿਹਾਰ ਕਰਦੇ ਪਏ ਆ। ਪਰ ਇਹ ਵੀ ਤਾਂ ਆਖਿਆ ਨਾ, ਹਾਥ ਪਾਉ ਕਰ ਕਾਮ ਸਭ। ਇਹ ਜਿਹੜੇ ਹੱਥ ਪੈਰ ਤੈਨੂੰ ਦਿੱਤੇ ਨੇ, ਇਹਦੇ ਨਾਲ ਤੂੰ ਆਪਣੇ ਗੁਰੂ ਦੀ ਕਿਰਪਾ ਦੁਆਰਾ, ਅਕਾਲ ਪੁਰਖ ਪਰਮਾਤਮਾ ਜੀ ਦੀ ਬਖਸ਼ਿਸ਼ ਦੁਆਰਾ ਚੱਲ ਫਿਰ ਸਕਦਾ ਹੈ, ਆਪਣੀ ਸਰੀਰਕ ਕਿਰਿਆ ਕਰ ਸਕਦਾ ਹੈ। ਵੇਖੋ, ਜੇ ਬੰਦਾ ਖਾਈ ਜਾਵੇ, ਉਹਦੇ ਹੱਥ ਪੈਰ ਨਾ ਹੋਣ, ਜਿਹੜੇ ਅਪਾਹਜ ਨੇ, ਸਾਨੂੰ ਜ਼ਰੂਰ ਕਿਧਰੇ ਨਾ ਕਿਧਰੇ ਉਹਨਾਂ ਵੱਲ ਵੇਖਣਾ ਚਾਹੀਦਾ ਹੈ, ਘਿਰਣਾ ਕਰਨ ਤੋਂ ਪਹਿਲਾਂ, ਕਿ ਰੱਬ ਜੀ, ਜੇ ਮੈਂ ਇਸ ਸਰੀਰ ਵਰਗਾ ਮੈਂ ਅਪਾਹਜ ਹੁੰਦਾ, ਜੇ ਮੈਂ ਖਾਣ ਦੇ ਲਾਇਕ ਹੁੰਦਾ, ਪਰ ਮੈਂ ਆਪਣੀ ਕਿਰਿਆ ਨਾ ਸੋਧ ਸਕਦਾ ਸਹੀ ਤਰੀਕੇ ਦੇ ਨਾਲ, ਮਲ ਮੂਤਰ ਤਿਆਗਣ ਦਾ ਢੰਗ ਨਾ ਹੁੰਦਾ, ਤੇ ਕਿਸ ਤਰੀਕੇ ਦਾ ਸਾਡਾ ਸਰੀਰ ਦਾ ਆਕਾਰ ਹੋਣਾ। ਜ਼ਿੰਦਗੀ ਤਬਾਹ ਸੀ, ਜ਼ਿੰਦਗੀ ਨਹੀਂ ਰਹਿੰਦੀ। ਫਿਰ ਉਹ ਜੀਵਨ ਨਹੀਂ ਰਹਿ ਜਾਂਦਾ, ਉਹ ਨਰਕ ਬਣ ਜਾਂਦਾ ਹੈ। ਇਸ ਕਰਕੇ ਸਾਨੂੰ ਰੱਬ ਜੀਆਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਦਿਮਾਗੀ ਪੱਧਰ ਤੇ, ਸਰੀਰਕ ਪੱਧਰ ਤੇ, ਕਾਰਜ ਪੱਧਰ ਤੇ ਸਾਨੂੰ ਹੱਥ ਪੈਰ ਨੱਕ ਦਿਮਾਗ ਸਭ ਕੁਝ ਦਿੱਤਾ ਕਿ ਸੋਚ ਸਮਝ ਕਿਰਤ ਕਰ, ਕਰਮ ਕਰ, ਜਿਹਦੇ ਰਾਹੀਂ ਆਪਣੇ ਸਰੀਰ ਨੂੰ ਭੋਜਨ ਪਕਾ ਕੇ ਖਾਣ ਦਾ ਤੂੰ ਯਤਨ ਕਰਾ ਸਕੇ, ਆਪਣੇ ਸਰੀਰ ਦੀ ਪੂਰਤੀ ਕਰ ਸਕੇ, ਔਰ ਉਸ ਤੋਂ ਬਾਅਦ ਫਿਰ ਉਸ ਸਰੀਰ ਦੇ ਵਿੱਚੋਂ ਤਤ ਗੁਣ ਕੱਢ ਕੇ ਤੇ ਜਿਹੜਾ ਵੇਸਟ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਆਪਣੀ ਕਿਰਿਆ ਨੂੰ ਸਾਧ ਸਕੇ। ਪਰ ਇਹ ਮਨੁੱਖ ਇੱਕ ਹੀ ਗੱਲ ਤੇ ਅੜਿਆ ਹੋਇਆ ਹੈ ਕਿ ਜੇ ਰੱਬ ਜੀਆਂ ਨੇ ਇਕੱਲਾ ਨਾਮ ਜਪਾਉਣ ਵਾਸਤੇ ਸਾਨੂੰ ਭੇਜਿਆ, ਤਿੰਨ ਝਮੇਲੇ ਕਿਉਂ ਪਾਏ? ਸਰੀਰ ਨੂੰ ਵੇਖ ਪਹਿਲਾਂ ਵੀ ਜੇ ਸਰੀਰ ਹੈ ਤਾਂ ਝਮੇਲੇ ਨੇ, ਜੇ ਸਰੀਰ ਹੀ ਨਹੀਂ ਹੋਏਗਾ ਤਾਂ ਝਮੇਲੇ ਕਿੱਥੋਂ ਹੋਣਗੇ? ਤੇ ਜੇ ਸਰੀਰ ਦਾ ਆਕਾਰ ਇੱਕ ਥੰਮ ਦੀ ਤਰ੍ਹਾਂ ਹੁੰਦਾ, ਅਸੀਂ ਕਈ ਵਾਰੀ ਕਹਿੰਦੇ ਆ ਵੀ ਰੱਬ ਰਿਜ਼ਕ ਦਿੰਦਾ ਹੈ। ਜੇ ਰੱਬ ਰਿਜ਼ਕ ਦਿੰਦਾ ਹੈ, ਫਿਰ ਸਾਨੂੰ ਹੱਥ ਪੈਰ ਚਲਾਉਣ ਦੀ ਕੀ ਜ਼ਰੂਰਤ ਪੈਂਦੀ ਹੈ? ਸਾਨੂੰ ਕਮਾਈ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਹੈ? ਜੇ ਅਸੀਂ ਇੱਕ ਥੰਮ ਦੀ ਤਰ੍ਹਾਂ, ਇੱਕ ਪਿੱਲਰ ਦੀ ਤਰ੍ਹਾਂ ਖੜੇ ਹੁੰਦੇ ਤੇ ਰੱਬ ਸਾਡੇ ਮੂੰਹ ਦੇ ਵਿੱਚ ਬੁਰਕੀ ਪਾਉਂਦਾ, ਰੋਟੀ ਪਾਉਂਦਾ, ਤੇ ਫਿਰ ਵੀ ਸਾਡੇ ਤੋਂ ਕਿਰਿਆ ਸਾਧਨੀ ਬਹੁਤ ਔਖੀ ਸੀ, ਸਾਡਾ ਜੀਵਨ ਬਰਬਾਦ ਸੀ, ਕੁਝ ਕਰਮ ਨਹੀਂ ਕਰ ਸਕਦਾ ਸੀ, ਬਿਲਕੁਲ ਵਿਅਰਥ ਸੀ। ਇਸ ਕਰਕੇ ਜੋ ਰੱਬ ਜੀਆਂ ਨੇ ਇਹ ਸਾਨੂੰ ਸਰੀਰਕ ਢਾਂਚਾ ਦਿੱਤਾ ਹੈ, ਸਭ ਤੋਂ ਬਹੁਤ ਵਧੀਆ ਤੇ ਸਭ ਤੋਂ ਵਧੀਆ ਢੰਗ ਨਵੇਕਲਾ ਤਰੀਕਾ ਹੈ। ਪਰ ਜੇ ਮਨੁੱਖ ਇੱਕ ਹੀ ਗੱਲ ਤੇ ਅੜਿਆ ਰਵੇ ਵੀ ਰੱਬ ਜੀਆਂ ਨੇ ਸਾਨੂੰ ਜੇ ਨਾਮ ਹੀ ਜਪਾਉਣਾ, ਤੇ ਫਿਰ ਆ ਬਾਹਰ ਦੇ ਜਿਹੜੇ ਝਮੇਲੇ ਨੇ ਇਹ ਕਿਉਂ ਸਾਡੇ ਗਲ ਦੇ ਵਿੱਚ ਪਾਏ? ਪਰ ਸਤਿਗੁਰੂ ਜੀ ਇਹ ਵੀ ਕਹਿੰਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮੇ। ਗੁਰੂ ਅਰਜਨ ਸਾਹਿਬ ਜੀਆਂ ਦਾ ਸ਼ਬਦ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇਰੀ ਵਾਰੀ ਏ ਹੁਣ ਅਕਾਲ ਪੁਰਖ ਪ੍ਰਮਾਤਮਾ ਜੀਆਂ ਨੂੰ ਮਿਲਣ ਦੀ, ਰੱਬ ਜੀਆਂ ਨੂੰ ਮਿਲਣ ਦੀ।
ਸੋ ਸਭ ਤੋਂ ਪਹਿਲੀ ਗੱਲ ਹੈ, ਜੀਵਨ ਸੋਹਣਾ ਚੱਲੀ ਜਾ ਰਿਹਾ ਹੈ, ਘਰ ਵਿੱਚ ਕੋਈ ਦੁੱਖ ਕਲੇਸ਼ ਨਹੀਂ ਹੈਗਾ, ਧਨ ਪਦਾਰਥ ਵੀ ਬਹੁਤ ਵਧੀਆ ਹੈ, ਹਰ ਇੱਕ ਪ੍ਰਕਾਰ ਦੀ ਸਾਡੇ ਕੋਲ ਖੁਸ਼ੀ ਹੈ। ਤੇ ਸਾਡੇ ਸਰੀਰ ਦੇ ਵਿੱਚ ਜਾਂ ਸਾਡੇ ਦਿਮਾਗ ਨੂੰ ਕੀ ਹੋਇਆ ਕਿ ਅਸੀਂ ਕੇਵਲ ਇੰਨਾ ਕੁਝ ਹੋਣ ਦੇ ਬਾਵਜੂਦ ਬੰਦਾ ਸੋਚਦਾ ਹੈ ਵੀ ਘਰ ਦੇ ਵਿੱਚ ਖੁਸ਼ੀਆਂ ਵੀ ਬਹੁਤ ਨੇ, ਪੈਸੇ ਧਨ ਵੱਲੋਂ ਵੀ ਕੋਈ ਕਮੀ ਨਹੀਂ ਹੈਗੀ, ਪਰਿਵਾਰਕ ਸੁੱਖ ਹੈ, ਸਭ ਕੁਝ ਹੈਗਾ ਹੈ। ਫਿਰ ਅਸੀਂ ਕਿਉਂ ਗੋਬਿੰਦ ਦਾ ਨਾਮ ਜਪਣਾ ਹੈ, ਕਿਉਂ ਅਸੀਂ ਰੱਬ ਦਾ ਨਾਮ ਜਪਣਾ ਹੈ? ਅੰਮ੍ਰਿਤ ਵੇਲੇ ਉੱਠੀਏ, ਨੀਂਦ ਤਿਆਗੀਏ, ਇਸ਼ਨਾਨ ਪਾਣ ਕਰੀਏ, ਗੁਰੂ ਘਰ ਜਾਈਏ, ਵਿਖੜੇ ਪਿੰਡ ਦੇ ਵਿੱਚ ਪੈਰ ਧਰਨ ਦਾ ਸਾਨੂੰ ਲਾਭ ਕੀ ਹੈ? ਜਦੋਂ ਤਾਂ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਪਰ ਗੁਰਬਾਣੀ ਕਹਿੰਦੀ ਭਈ ਪ੍ਰਾਪਤ ਮਨੁਖ ਦੇਹੁਰੀਆ, ਉਹ ਕਰਮ ਜਿਹੜੇ ਤੂੰ ਕਰਨੇ ਹੀ ਕਰਨੇ ਨੇ, ਉਹ ਤਾਂ ਕਰਮ ਤੂੰ ਕਰਨੇ ਹਨ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਰੱਬ ਜੀਆਂ ਨੂੰ ਮਿਲਣ ਦੀ ਇਹ ਤੇਰੀ ਇੱਕ ਵਾਰੀ ਹੈ, ਤੇਰਾ ਇੱਕ ਸਮਾਂ ਹੈ। ਸੋ ਇਸ ਕਰਕੇ ਗੁਰਬਾਣੀ ਕਹਿੰਦੀ ਵੀ ਹੋ ਸਕਦਾ ਹੈ ਜਿਵੇਂ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾਂ ਤਾਂ ਡੂਬਿਅਲੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਸੰਸਾਰ ਸਮੁੰਦਰ ਹੈ, ਵਿੱਚ ਸਾਡਾ ਨਿਵਾਸ ਹੈ। ਤਿਤ ਸਰਵਰੜੈ, ਸਰਵਰੜੈ ਦਾ ਅਰਥ ਹੈ ਸਰਵਰ, ਸਰੋਵਰ, ਵਿੱਚ ਸਾਡਾ ਨਿਵਾਸ ਹੈ। ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ, ਸੋ ਕਹਿਣ ਲੱਗੇ ਕਿ ਇੱਥੇ ਪਾਣੀ ਵਰਗੀ ਅੱਗ ਜਿਹੜੀ ਹੈ, ਅੱਗ ਵਰਦੀ ਪਈ ਹੈ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ, ਅਤੇ ਮੋਹ ਦੇ ਚਿੱਕੜ ਦੇ ਵਿੱਚ ਅਸੀਂ ਫਸੇ ਹੋਏ ਆ, ਪੱਗ ਨਹੀਂ ਚਾਲੇ, ਸਾਡੇ ਪੈਰ ਨਹੀਂ ਚੱਲ ਪਾਉਂਦੇ। ਹਮ ਦੇਖਾ ਤਾਂ ਡੂਬੀ ਹਲੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਦੇਖਿਆ ਇਸ ਚਿੱਕੜ ਦੇ ਵਿੱਚ ਕਈ ਸੜ ਗਏ, ਕਈ ਡੁੱਬ ਗਏ, ਕਈ ਮਰ ਗਏ। ਉਸ ਚਿੱਕੜ ਦੇ ਵਿੱਚੋਂ, ਉਸ ਭਿਆਨਕ ਅੱਗ ਦੇ ਵਿੱਚੋਂ ਨਿਕਲਣ ਵਾਸਤੇ, ਉਸ ਤੋਂ ਬਚਣ ਵਾਸਤੇ ਅਸੀਂ ਰੱਬ ਜੀਆਂ ਦਾ ਨਾਮ ਜਪਣਾ ਹੈ, ਉਸ ਦੇ ਵਿੱਚੋਂ ਨਿਕਲਣ ਵਾਸਤੇ। ਸੋ ਚਿੱਕੜ ਕੀ ਹੁੰਦਾ ਹੈ? ਅਸਲ ਦੇ ਵਿੱਚ ਕਾਮ, ਕ੍ਰੋਧ, ਅਹੰਕਾਰ, ਲੋਭ, ਇਹ ਸਾਰਾ ਕੁਝ ਚਿੱਕੜ ਹੀ ਹੈ। ਇਹ ਸਭ ਕੁਝ ਸਾਨੂੰ ਇਉਂ ਲੱਗਦਾ ਹੈ ਵੀ ਇਸ ਦੇ ਵਿੱਚ ਜ਼ਿੰਦਗੀ ਹੈ, ਇਸ ਦੇ ਵਿੱਚ ਆਨੰਦ ਹੈ, ਪਰ ਅਸਲ ਦੇ ਵਿੱਚ ਜਦੋਂ ਮਨੁੱਖ ਇਹੋ ਜਿਹੇ ਕਰਮ ਕਰਦਾ ਹੈ ਨਾ, ਤੇ ਉਹ ਸੰਸਾਰ ਦੇ ਕਈ ਜੀਵ ਉਹਦੇ ਨਾਲ ਘਿਰਣਾ ਕਰਨ ਲੱਗ ਪੈਂਦੇ ਨੇ। ਸੋ ਜਿਹੜੀ ਚੀਜ਼ ਤੋਂ ਸੰਸਾਰ ਘਿਰਣਾ ਕਰਨ ਲੱਗ ਪਵੇ, ਅਸਲ ਦੇ ਵਿੱਚ ਉਹ ਰੱਬ ਦੀਆਂ ਦੇ ਘਰ ਦੇ ਵਿੱਚ ਵੀ ਘਿਰਣਾ ਹੈ। ਤੇ ਗੁਰਬਾਣੀ ਕਹਿੰਦੀ ਹੁਣ ਪ੍ਰਭ ਕੀ ਆਗਿਆ ਨੂੰ ਕਿਵੇਂ ਬੰਦਾ ਮੰਨੇ, ਪ੍ਰਭ ਦੀ ਆਗਿਆ, ਰੱਬ ਦੀ ਆਗਿਆ ਕਿਵੇਂ ਬੰਦਾ ਮੰਨੇ? ਹੁਣ ਬੰਦਾ ਮੰਨਦਾ ਕਿਉਂ ਨਹੀਂ ਹੈ? ਮੰਨਦਾ ਇਸ ਕਰਕੇ ਨਹੀਂ ਹੈ, ਕਹਿੰਦੇ ਵੀ ਇਹਨੂੰ ਇਉਂ ਲੱਗਦਾ ਕਿ ਮਰਨ ਵਾਲਾ ਦੂਜਾ ਪ੍ਰਾਣੀ ਸੀ, ਮੈਨੂੰ ਮੌਤ ਨਹੀਂ ਵੀ ਆਪਣੀ। ਮਰਨ ਵਾਲਾ ਦੂਜਾ ਪ੍ਰਾਣੀ ਸੀ, ਮੈਨੂੰ ਮੌਤ ਨਹੀਂ ਵੀ ਆਪਣੀ, ਮੈਨੂੰ ਮੌਤ ਕਦੇ ਨਹੀਂ ਆਉਣੀ। ਰੱਬ ਨੂੰ ਭੱਜ ਕੇ ਜਪਦੇ ਆਂ, ਰੱਬ ਦਾ ਸਿਮਰਨ ਕਰ ਲਈਏ। ਅਸੀਂ ਕਿਉਂ ਭੱਜਦੇ ਆਂ? ਉੱਥੇ ਇੱਕ ਹੀ ਕਾਰਨ ਹੈ ਕਿ ਕਿਧਰੇ ਸਾਨੂੰ ਕੋਈ ਬਿਮਾਰੀ ਨਾ ਗ੍ਰਸ ਲਵੇ, ਕਿਧਰੇ ਸਾਨੂੰ ਕੋਈ ਰੋਗ ਆਣ ਕੇ ਨਾ ਲਪੇਟ ਵਿੱਚ ਲੈ ਲੇ। ਪਰ ਗੁਰਬਾਣੀ ਦੇ ਵਿੱਚ ਤਾਂ ਸਪਸ਼ਟ ਲਿਖਿਆ ਹੈ ਕਿ ਮੌਤ ਜਿਹੜੀ ਹੈ ਉਹ ਅਟੱਲ ਹੈ। ਅਸੀਂ ਮਜ਼ਾਕ ਨਹੀਂ ਹੋ ਰਿਹਾ ਇੱਕ ਵੀ ਰੱਬ ਦੇ ਕੋਲ ਅਸੀਂ ਆਣ ਕੇ ਕਹਿ ਰਹੇ ਮਹਾਰਾਜ ਸਾਨੂੰ ਮੌਤ ਤੋਂ ਬਚਾਓ, ਤੇ ਗੁਰੂ ਕਹਿ ਰਿਹਾ ਹੈ ਕਿ ਮੌਤ ਜਿਹੜੀ ਉਹ ਅਟੱਲ ਹੈ। ਇਹ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਬੰਦਾ ਰੋਗ ਨਾਲ ਹੀ ਮਰ ਸਕਦਾ ਹੈ, ਹੋ ਸਕਦਾ ਤੁਹਾਡੀ ਆਉ ਦੀ ਪੁੱਜ ਗਈ ਹੋਵੇ। ਇਸ ਚੀਜ਼ ਨੂੰ ਆਗਿਆ ਦੇ ਵਿੱਚ ਮੰਨ ਕੇ ਚੱਲਣਾ। ਮੌਤ ਤੋਂ ਭੱਜ ਕੇ ਅਸੀਂ ਗੁਰੂ ਕੋਲ ਆਏ, ਤੇ ਗੁਰੂ ਨੂੰ ਅੱਗੇ ਫੇਰ ਕਹਿ ਦਿੱਤਾ ਮੌਤ ਸੱਚ ਹੈ, ਮੌਤ ਜਿਹੜੀ ਹੈ ਉਹ ਕਦੋਂ ਵੀ ਆ ਸਕਦੀ ਹੈ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਅਸੀਂ ਕਿਆ ਭੱਜ ਕੇ ਗੁਰੂ ਕੋਲ ਆਉਣੇ ਆ। ਫਿਰ ਇਹ ਆਤਮ ਹਿਤਾਵੇ ਨਹੀਂ ਹੋ ਗਿਆ। ਪ੍ਰਭ ਕੀ ਆਗਿਆ ਆਤਮ ਹਿਤਾਵੇ ਦਾ ਅਰਥ ਇਹ ਹੈ ਕਿ ਜੋ ਪ੍ਰਭ ਜੀ ਕਰਦਾ ਹੈ ਉਸੇ ਨੂੰ ਸਤ ਕਰਕੇ ਮੰਨਣਾ, ਉਸੇ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਚੱਲਣਾ। ਜੀਵਨ ਮੁਕਤ ਸੋ ਕਹਾਵੇ, ਉਹੀ ਜੀਵਨ ਮੁਕਤ ਕਹਾਇਆ ਜਾ ਸਕਦਾ ਹੈ ਜਿਨੇ ਗੁਰੂ ਦੀ ਆਗਿਆ ਨੂੰ ਮੰਨ ਲਿਆ, ਜਿਨੇ ਅਕਾਲ ਪੁਰਖ ਪਰਮਾਤਮਾ ਜੀ ਦੀ ਆਗਿਆ ਨੂੰ ਮੰਨ ਲਿਆ। ਆਗਿਆ ਮੰਨਣ ਤੋਂ ਸਭ ਤੋਂ ਪਹਿਲਾ ਜਿਹੜਾ ਕਰਮ ਹੈ, ਉਹ ਸਭ ਤੋਂ ਪਹਿਲਾ ਜਿਹੜਾ ਕਰਮ ਹੈ ਉਹ ਭੁੱਖ ਹੈ। ਸਭ ਤੋਂ ਪਹਿਲਾ ਕਰਮ ਜਿਹੜਾ ਭੁੱਖ ਹੈ,
ਕਿ ਭੁੱਖ ਨਹੀਂ ਜਰੀ ਜਾਂਦੀ ਬੰਦੇ ਤੋਂ, ਭੁੱਖ ਨਹੀਂ ਜਰ ਸਕਦਾ। ਪਰ ਕੋਈ ਇਹੋ ਜਿਹਾ ਵੀ ਹੋਏਗਾ ਜਿਹੜਾ ਭੁੱਖ ਦੇ ਵਿੱਚ ਵੀ ਵਿਲਪਦਾ ਹੋਇਆ, ਭੁੱਖਾ ਢਿੱਡ ਲੈ ਕੇ ਵੀ ਇਹ ਕਹਿੰਦਾ ਹੈ ਮਹਾਰਾਜ ਤੇਰਾ ਧੰਨਵਾਦ ਹੈ, ਤੇਰਾ ਸ਼ੁਕਰਾਨਾ ਹੈ, ਸ਼ੁਕਰ ਦਾਤਿਆ। ਗੁਰਬਾਣੀ ਦੇ ਵਿੱਚ ਉਹਨਾਂ ਵਾਸਤੇ ਵੀ ਸ਼ਬਦ ਆਇਆ, ਕੇਤਿਆਂ ਦੁੱਖ ਭੂਖ ਸਦ ਮਾਰ। ਕਈਆਂ ਨੂੰ ਦੁੱਖਾਂ ਦੀ ਅਤੇ ਭੁੱਖ ਦੀ ਸਦਾ ਮਾਰ ਪੈਂਦੀ ਆਈ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਸਦਾ ਹੀ ਉਹਨਾਂ ਨੂੰ ਮਾਰ ਪੈਂਦੀ ਆਈ ਹੈ। ਕਦੀ ਦੁੱਖ ਨੇ ਉਹਨਾਂ ਦਾ ਖੇੜਾ ਨਹੀਂ ਛੱਡਿਆ, ਕਦੀ ਭੁੱਖ ਹੀ ਨਹੀਂ ਜ਼ਿਆਦਾ ਵਿਆਪ ਗਈ, ਭੋਜਨ ਨਾ ਪ੍ਰਾਪਤ ਹੋਇਆ, ਨਾ ਮਿਲਿਆ। ਸੋ ਉਹਨਾਂ ਨੇ ਰੱਬ ਜੀ ਦਾ ਧੰਨਵਾਦ ਕਿਵੇਂ ਕੀਤਾ? ਉਹਨਾਂ ਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਕਿਵੇਂ ਜੋੜ ਕੇ ਰੱਖਿਆ? ਉਹਨਾਂ ਨੇ ਕਹਿ ਦਿੱਤਾ, ਇਹ ਪੇਦਾਤ ਤੇਰੀ ਦਾਤਾਰ। ਹੇ ਮਾਲਕ ਜੀ, ਇਹ ਵੀ ਤੇਰੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਨੇ। ਕੋਈ ਇੰਨੀ ਆਗਿਆ ਮੰਨ ਸਕਦਾ ਹੈ ਕਿ ਭੁੱਖ ਦੇ ਵਿੱਚ ਵੀ ਕਹਿ ਸਕਦਾ ਹੋਵੇ ਕਿ ਰੱਬ ਜੀ ਤੇਰਾ ਧੰਨਵਾਦ ਹੈ, ਤੇਰਾ ਧੰਨਵਾਦ ਹੈ? ਫਿਰ ਸਤਿਗੁਰੂ ਜੀ ਕਹਿੰਦੇ ਨੇ, ਹੁਣ ਟਿਕਾਣੇ ਤੇ ਜੇ ਤੇਰੀ ਮੱਤ ਆ ਗਈ ਹੈ, ਆ ਮੈਂ ਤੈਨੂੰ ਦੱਸਦਾ ਹੈ ਕਿ ਜੇ ਭੁੱਖ ਲੱਗੀ ਹੋਵੇ, ਸਾਨੂੰ ਭੋਜਨ ਨਾ ਮਿਲੇ ਤੇ ਸਾਡੀ ਜ਼ਿੰਦਗੀ ਜਿਹੜੀ ਹੈ, ਸਾਡੇ ਸਵਾਸ ਜਿਹੜੇ ਨੇ, ਸਾਨੂੰ ਇਉਂ ਲੱਗਦਾ ਵੀ ਕੁਝ ਪਲ ਲਈ ਹਨ, ਕੁਝ ਘੰਟਿਆਂ ਲਈ ਨੇ, ਉਸ ਤੋਂ ਬਾਅਦ ਅਸੀਂ ਮਰ ਜਾਣਾ ਹੈ। ਭੋਜਨ ਨਹੀਂ ਮਿਲਿਆ, ਸਾਡੇ ਸਰੀਰ ਦੇ ਅੰਦਰ ਕੋਈ ਤਾਕਤ ਨਹੀਂ ਗਈ, ਸੋ ਭੁੱਖ ਦੇ ਨਾਲ ਸਰੀਰ ਖਤਮ ਹੋ ਜਾਏਗਾ, ਮਰ ਜਾਵੇਗਾ। ਤੇ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਆਗਿਆ ਮੰਨੀ ਹੈ ਨਾ, ਜਿਨ੍ਹਾਂ ਨੇ ਮਨੁੱਖਾਂ ਨੇ, ਜਿਨ੍ਹਾਂ ਸਰੀਰਾਂ ਨੇ ਰੱਬ ਜੀ ਦੀ ਆਗਿਆ ਮੰਨੀ, ਉਹਨਾਂ ਨੇ ਕਹਿ ਦਿੱਤਾ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ। ਕਹਿੰਦੇ ਉਹ ਰੱਬ ਜੀ ਮੈਨੂੰ ਕਿਉਂ ਵਿਸਰ ਜਾਵੇ? ਕਿਉਂ? ਕਿਉਂਕਿ ਅਸਲ ਦੇ ਵਿੱਚ ਜਿਵੇਂ ਗੁਰਬਾਣੀ ਕਹਿੰਦੀ ਨਾ, ਜਪੀਏ ਨਾਮ ਅੰਨ ਕੇ ਸਾਧ। ਜਿਵੇਂ ਸਾਨੂੰ ਰੋਟੀ ਦਾ ਚੇਤਾ ਰਹਿੰਦਾ ਹੈ ਨਾ, ਤੇ ਅੰਨ ਦਾ ਸਵਾਦ ਲੈਂਦੇ ਰਹਿੰਦੇ ਅਸੀਂ, ਐਵੇਂ ਹੀ ਭੋਜਨ ਵਾਂਗੂ ਜਿਵੇਂ ਅਸੀਂ ਭੋਜਨ ਛਕਦੇ ਹਾਂ, ਰੋਟੀ ਛਕਦੇ ਹਾਂ, ਤੇ ਰੋਟੀ ਭੋਜਨ ਛਕਣ ਤੋਂ ਬਾਅਦ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਭਗਤ ਜਨਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਨਾਮ ਜਪ ਕੇ ਤਾਕਤ ਮਿਲਦੀ ਹੈ। ਆਖਾਂ ਜੀਵਾਂ ਬਿਸਰੈ ਮਰ ਜਾਉ। ਜਿੰਨਾ ਚਿਰ ਮੈਂ ਆਖਦਾ ਰਹਿੰਦਾ ਹੈ, ਉਹਨਾਂ ਚਿਰ ਮੈਨੂੰ ਤਾਕਤ ਮਿਲਦੀ ਹੈ। ਵਿਸਰ ਜਾਂਦਾ ਰੱਬ ਤੇ ਮੇਰੀ ਮੌਤ, ਆਤਮਕ ਮੌਤ ਜਿਹੜੀ ਹੈ, ਉਹ ਮੈਂ ਸਿਹੜ ਲੈਂਦਾ। ਆਖਾਂ ਜੀਵਾਂ ਵਿਸਰੇ ਮਰ ਜਾਉ। ਮੈਂ ਜਿੰਨਾ ਚਿਰ ਰੱਬ ਜੀਆਂ ਦੇ ਨਾਮ ਨੂੰ ਆਖਦਾ ਰਹਿਣਾ, ਮੇਰੀ ਜ਼ਿੰਦਗੀ ਬਣੀ ਰਹਿੰਦੀ ਹੈ। ਤੇ ਜੇ ਮੈਂ ਭੁੱਲ ਜਾਵਾਂ ਤੇ ਇਉਂ ਲੱਗਦਾ ਹੈ ਕਿ ਮੇਰੀ ਆਤਮਕ ਮੌਤ ਜਿਹੜੀ ਹੈ ਉਹ ਹੋ ਰਹੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਬੰਦਾ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਰੱਬ ਨੂੰ ਲੱਭਣ ਦਾ ਯਤਨ ਕਰਦਾ ਹੈ, ਅਸਲ ਦੇ ਵਿੱਚ ਹੌਲੀ ਹੌਲੀ ਸਬਰ ਜਦੋਂ ਆਉਂਦਾ ਹੈ ਨਾ ਬੰਦੇ ਨੂੰ, ਫਿਰ ਉਹ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਵੱਲ ਦੌੜਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਜੀਵਨ ਮੁਕਤ ਸੋ ਕਹਾਵੇ। ਉਸ ਇਨਸਾਨ ਦੀ, ਉਸ ਸਰੀਰ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ? ਤੈਸਾ ਹਰਖ ਤੈਸਾ ਉਸ ਸੋਗ। ਕਹਿੰਦੇ ਨੇ ਉਹਦੇ ਲਈ ਭਾਵੇਂ ਹਰਖ ਹੋਵੇ, ਭਾਵੇਂ ਸੋਗ ਹੋਵੇ। ਹਰਖ ਤੋਂ ਅਰਥ ਹੁੰਦਾ ਹੈ ਕਿ ਜਦੋਂ ਬਹੁਤੀ ਖੁਸ਼ੀ ਆ ਗਈ ਉਦੋਂ ਬਹੁਤਾ ਨੱਚਦਾ ਨਹੀਂ ਹੈ, ਤੇ ਜਦੋਂ ਕਿਧਰੇ ਕੋਈ ਸੋਗ ਆ ਗਿਆ, ਕੋਈ ਤਕਲੀਫ ਦੁੱਖ ਆ ਗਈ, ਤੇ ਉਦੋਂ ਬਹੁਤਾ ਦੁਖੀ ਨਹੀਂ ਹੁੰਦਾ, ਉਦੋਂ ਬਹੁਤਾ ਦੁਖੀ ਨਹੀਂ ਹੁੰਦਾ। ਕਿਧਰੇ ਵੀ ਵੇਖੋ ਬਹੁਤ ਘੱਟ ਚਾਂਸ ਹੁੰਦੇ ਨੇ ਜਦੋਂ ਬੰਦਾ ਧਨਾੜ ਹੋਵੇ ਤੇ ਆਤਮ ਹੱਤਿਆ ਕਰ ਲਵੇ, ਕਿਉਂਕਿ ਉਦੋਂ ਮੌਤ ਤੋਂ ਡਰ ਲੱਗਦਾ ਹੈ। ਮੌਤ ਤੋਂ ਡਰ ਲੱਗਣ ਦਾ ਕਾਰਨ ਫਿਰ ਇਹੀ ਹੈ, ਅਸੀਂ ਆਪਣੇ ਨਾਲ ਕੁਝ ਆਪਣੀ ਸਰੀਰਕ ਦੀ ਸੰਭਾਲ ਵਾਸਤੇ, ਆਪਣੀ ਹਿਫਾਜ਼ਤ ਵਾਸਤੇ ਕੁਝ ਨਾਲ ਲੋਕ ਰੱਖ ਲੈਂਦੇ ਆ, ਜਿਨ੍ਹਾਂ ਨੂੰ ਆਪਾਂ ਬਾਡੀਗਾਰਡ ਕਹਿੰਦੇ ਆ। ਕਿਸ ਵਾਸਤੇ? ਕਿਧਰੇ ਇਸ ਆਨੰਦਮਈ ਜੀਵਨ ਦੇ ਕੋਈ ਖਰਾਬ ਨਾ ਕਰ ਦੇਵੇ, ਕੋਈ ਸਾਨੂੰ ਮਾਰ ਨਾ ਦੇਵੇ, ਕੋਈ ਸਾਨੂੰ ਮਾਰ ਨਾ ਦੇਵੇ। ਤੇ ਜਿਹੜਾ ਬੰਦਾ ਆਮ ਹੋਏਗਾ ਸੰਸਾਰ ਦੇ ਵਿੱਚ, ਜਿਹੜਾ ਵਿਚਾਰਾ ਆਪਦਾ ਪੇਟ ਨਹੀਂ ਭਰ ਸਕਦਾ, ਉਹਦੇ ਲਈ ਮੌਤ ਜਿਹੜੀ ਹੈ ਉਹ ਇੱਕ, ਜਿਵੇਂ ਉਹਨੇ ਭੁੱਖ ਨੂੰ ਸਬਰ ਕਰਕੇ ਜਰ ਲਿਆ, ਦੁੱਖ ਨੂੰ ਸਬਰ ਕਰਕੇ ਜਰ ਲਿਆ, ਹੌਲੀ ਹੌਲੀ ਇਵੇਂ ਸਬਰ ਕਰਨ ਦਾ ਉਹਨੂੰ ਢੰਗ ਆ ਜਾਂਦਾ ਹੈ, ਤਰੀਕਾ ਆ ਜਾਂਦਾ ਹੈ। ਇਹ ਢੰਗ ਤਰੀਕੇ ਹਨ।
ਸਤਿਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਮਨੁੱਖ ਵਾਸਤੇ, ਸਰੀਰ ਵਾਸਤੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ। ਵਿਯੋਗ ਦਾ ਅਰਥ ਹੁੰਦਾ ਹੈ ਵਿਛੋੜਾ, ਉਹਦਾ ਵਿਛੋੜਾ ਨਹੀਂ ਪੈਂਦਾ ਪ੍ਰਮਾਤਮਾ ਜੀ ਦੇ ਨਾਲੋਂ। ਜਿਹੜਾ ਇਨਸਾਨ ਭੁੱਖ ਵਿੱਚ ਵੀ ਰੱਬ ਦਾ ਸ਼ੁਕਰ ਕਰਦਾ, ਉਹ ਰੱਜਿਆ ਹੋਇਆ ਕਿੰਨਾ ਜਪੇਗਾ। ਜਿਹੜਾ ਇਨਸਾਨ ਭੁੱਖ ਵਿੱਚ ਵੀ ਰੱਬ ਦਾ ਧੰਨਵਾਦ ਕਰਦਾ, ਜੇ ਉਹਨੂੰ ਭੋਜਨ ਮਿਲ ਜਾਵੇ ਤੇ ਉਹ ਕਿੰਨਾ ਖੁਸ਼ ਹੋਏਗਾ, ਉਹਦੇ ਅੰਦਰ ਦਾ ਕਿੰਨਾ ਆਨੰਦ ਬਣੇਗਾ। ਜੇ ਆਪਾਂ ਸ਼ਬਦ ਪੜ੍ਹ ਲਈਏ ਵੀ ਜੇ ਭੁੱਖ ਦੇ ਵਿੱਚ ਸ਼ੁਕਰਾਨੇ ਪਰ ਭਗਤ ਸਾਹਿਬਾਨ ਨੇ ਕਿਉਂ ਕਹਿ ਦਿੱਤਾ, ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੇ। ਭੁੱਖਿਆਂ ਤੋਂ ਭਗਤ ਨਹੀਂ ਹੁੰਦੀ, ਸਾਡੇ ਤੋਂ ਭੁੱਖਿਆਂ ਤੋਂ ਭਗਤ ਨਹੀਂ ਹੁੰਦੀ, ਪਰ ਉਹਨਾਂ ਨੇ ਮੰਗਿਆ ਕਿ ਸਿਰਫ ਭੋਜਨ। ਦੋਇ ਸਿਰ ਮੰਗੋ ਚੂਨਾ ਪਾਓ, ਘਿਓ ਸੰਗ ਲੂਣਾ, ਅੱਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜੀਵਾਲੇ। ਅਖੀਰ ਦੇ ਵਿੱਚ ਉਹਨਾਂ ਕਹਿ ਦਿੱਤਾ ਮੈਂ ਨਾ ਹੀ ਕੀਤਾ ਲੱਭੋ ਰੱਬ ਜੀ, ਮੈਂ ਬਹੁਤਾ ਲਾਲਚ ਨਹੀਂ ਕੀਤਾ, ਇੱਕ ਨਾਮ ਤੇਰਾ ਮੈਂ ਫੱਬੋ। ਤੇਰਾ ਨਾਮ ਮੈਨੂੰ ਫੱਬਦਾ ਹੈ, ਤੇਰਾ ਨਾਮ ਮੈਨੂੰ ਚੰਗਾ ਲੱਗਦਾ ਹੈ, ਉਹ ਵੀ ਜ਼ਰੂਰੀ ਹੈ। ਇਹ ਤਾਂ ਮੇਰੇ ਭੋਜਨ ਛਕਣਾ ਸਵੇਰੇ ਸ਼ਾਮ ਦੀ 2 ਵਕਤ ਦੀ ਰੋਟੀ ਵਾਸਤੇ ਮੈਂ ਤੇਰੇ ਕੋਲੋਂ ਮੰਗ ਕਰਦਾ ਹਾਂ, ਪਰ ਮੈਂ ਲੋਭ ਨਹੀਂ ਕਰਦਾ ਵੀ ਮੈਨੂੰ ਬਹੁਤੇ ਸੁੱਖ ਆਰਾਮ ਮਿਲਣ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਸੋ ਕਹਿੰਦੇ ਉਸ ਆਨੰਦਮਈ ਜੀਵਨ ਦੇ ਵਿੱਚ ਕਦੀ ਵਿਛੋੜਾ ਨਹੀਂ ਹੁੰਦਾ, ਕਦੀ ਪਰਮਾਤਮਾ ਦੇ ਨਾਲੋਂ ਵਿਛੋੜਾ ਨਹੀਂ ਪੈਂਦਾ। ਤੈਸਾ ਸਵਰਨ ਤੈਸੀ ਉਸ ਮਾਟੀ, ਕਹਿੰਦੇ ਨੇ ਤੈਸਾ ਹੀ ਉਹਦੇ ਵਾਸਤੇ ਜਿਹੋ ਜੀ ਮਿੱਟੀ ਉਹੋ ਜਿਹਾ ਸੋਹਣਾ। ਭਾਵ ਕਿ ਸੋਹਣੇ ਨੂੰ ਵੀ ਮਿੱਟੀ ਦੇ ਸਮਾਨ ਸਮਝਦਾ ਹੈ। ਇਹ ਨਹੀਂ ਕਿ ਜੇ ਸੋਨਾ ਧਨ ਪਦਾਰਥ ਜ਼ਿਆਦਾ ਮਿਲ ਗਿਆ ਤੇ ਉਹ ਲਾਲਚ ਦੇ ਵਿੱਚ ਆ ਕੇ ਆਖੇਗਾ ਰੱਬ ਛੱਡ ਦਿੰਨੇ ਆ, ਪਰਮਾਤਮਾ ਨੂੰ ਛੱਡ ਦਿੰਨੇ ਆ। ਜਿਵੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਮਾਨਾ, ਹਰਖ ਸੁਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਮਾਨ ਅਪਮਾਨ ਤੋਂ ਵੀ ਪਰੇ ਹੀ ਹੋਵੇ। ਗੁਰ ਕਿਰਪਾ ਜੇ ਨਰਕੋ ਕੀਨੀ, ਜਿਹਦੇ ਉੱਪਰ ਰੱਬ ਜੀਆਂ ਨੇ ਕਿਰਪਾ ਕਰ ਦਿੱਤੀ ਤੇ ਇਹ ਜੁਗਤ ਪਛਾਨੀ, ਉਸੇ ਨੇ ਇਸ ਜੁਗਤੀ ਨੂੰ ਪਛਾਣ ਲਿਆ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ। ਪਾਣੀ ਜਿਵੇਂ ਪਾਣੀ ਦੇ ਨਾਲ ਮਿਲ ਕੇ ਪਾਣੀ ਪਵਿੱਤਰ ਹੋ ਜਾਂਦਾ, ਕੋਈ ਪਛਾਣ ਨਹੀਂ ਸਕਦਾ, ਐਵੇਂ ਰੱਬ ਦੇ ਨਾਲ ਮਿਲ ਕੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲ ਕੇ ਬੰਦਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਉਹਨੂੰ ਬ੍ਰਹਮ ਗਿਆਨੀ ਆਖਿਆ ਜਾਂਦਾ, ਕਿ ਜਿਹਨੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ, ਰੱਬ ਦਾ ਗਿਆਨ ਪ੍ਰਾਪਤ ਕਰ ਲਿਆ। ਤੇ ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ, ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ। ਅੰਮ੍ਰਿਤ ਤੋਂ ਭਾਵ ਹੁੰਦਾ ਹੈ ਸੰਸਾਰੀ ਵਸਤੂਆਂ। ਸੰਸਾਰ ਦੇ ਵਿੱਚ ਅੰਮ੍ਰਿਤ, ਇੱਕ ਅੰਮ੍ਰਿਤ ਉਹ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਰੇ ਦਾ ਅਰਥ, ਕਿਉਂਕਿ ਅੰਮ੍ਰਿਤ ਤਾਂ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ, ਬਹੁਤੇ ਸਾਰੇ ਅੰਮ੍ਰਿਤ ਨਹੀਂ ਹੁੰਦੇ। ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੇ ਤੋਂ ਭਾਵ ਹੈ ਸੰਭਾਲ ਕੇ ਰੱਖੇ ਹੋਏ ਨੇ, ਸੰਭਾਲ ਕੇ ਰੱਖੇ ਹੋਏ ਨੇ। ਇਸ ਦੇ ਵਿੱਚ ਅੰਮ੍ਰਿਤ ਗੁਣ ਚੰਗਿਆਈਆਂ ਤੱਤ ਸਭ ਕੁਝ ਸੰਭਾਲ ਕੇ ਰੱਖਿਆ ਹੋਇਆ ਹੈ। ਤੈਸੀ ਬਿਖ ਖਾਟੀ ਤੈਸਾ ਮਾਣ ਤੈਸਾ ਅਭਿਮਾਨ। ਕਹਿੰਦੇ ਨੇ ਮਾਣ ਕਰ ਦਿੱਤਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਕਿਸੇ ਨੇ ਉਹਦਾ ਬੁਰਾ ਕੋਈ ਅਭਿਮਾਨ ਜਾਂ ਕਰ ਦਿੱਤਾ, ਕਿਸੇ ਨੇ ਕੁਝ ਉਹਨਾਂ ਨੂੰ ਬੁਰਾ ਬੋਲ ਦਿੱਤਾ, ਕਹਿੰਦੇ ਨੇ ਉਹ ਤਾਂ ਵੀ ਇਸ ਗੱਲ ਦਾ ਹੰਕਾਰ ਜਾਂ ਮਾਣ ਕਰਕੇ ਉਹਨੂੰ ਮਾਰਦੇ ਨਹੀਂ, ਉਹਨਾਂ ਨੂੰ ਝਗੜਾ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਨੇ ਤੈਸਾ ਰੰਕ ਤੈਸਾ ਰਾਜਾਨ। ਉਹ ਹਮੇਸ਼ਾ ਹੀ ਇੱਕ ਅਵਸਥਾ ਦੇ ਵਿੱਚ ਰਹਿੰਦੇ ਨੇ, ਹਮੇਸ਼ਾ ਇੱਕ ਅਵਸਥਾ ਦੇ ਵਿੱਚ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਭੱਟ ਸਾਹਿਬਾਨ ਕਹਿੰਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਤੁਸੀਂ ਜੰਮਦਿਆਂ ਹੋਇਆਂ ਹੀ ਗੁਰੂ ਦੀ ਮੱਤ ਰਾਹੀਂ ਬ੍ਰਹਮ ਦੀ ਪਛਾਣ ਕੀਤੀ, ਜਨਮ ਤੋਂ ਲੈ ਕੇ। ਕਿਉਂਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਸਨ ਔਰ ਗੁਰੂ ਅਰਜਨ ਸਾਹਿਬ ਜੀਆਂ ਦੇ ਨਾਨਾ ਜੀ ਲੱਗਦੇ ਨੇ। ਤੇ ਬੀਬੀ ਭਾਨੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਬੇਟੀ ਹੈ। ਗੁਰੂ ਰਾਮਦਾਸ ਸਾਹਿਬ ਜੀਆਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪੁੱਤਰ ਨੇ। ਤੇ ਜਦੋਂ ਖੇਡਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਕੋਲ ਪਹੁੰਚ ਜਾਣਾ ਤੇ ਬੀਬੀ ਭਾਨੀ ਨੇ ਚੁੱਕ ਕੇ ਲੈ ਕੇ ਆਉਣਾ ਕਿ ਅਦੇ ਬਾਲਕਾ ਹੈ, ਬੱਚਾ ਹੈ,
ਤੇ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਕੋਲੋਂ ਮਾਫੀ ਮੰਗ ਲੈਣੀ। ਸਤਿਗੁਰੂ ਭੁੱਲ ਹੋ ਗਈ। ਗੁਰੂ ਅਮਰਦਾਸ ਸਾਹਿਬ ਜੀਆਂ ਨੇ ਕਹਿਣਾ ਕਿ ਅਜੇ ਇਹ ਭੁੱਲ ਨਹੀਂ ਹੈ, ਅਸਲ ਦੇ ਵਿੱਚ ਇਹ ਸਬਰ ਕਰਨਾ ਸਿੱਖ ਰਹੇ ਨੇ, ਸਬਰ ਕਰਨਾ ਸਿੱਖਦੇ ਪਏ ਨੇ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਗੁਰਗੱਦੀ ਦੇਣੀ ਸੀ ਨਾ, ਬਾਬਾ ਪ੍ਰਿਥੀ ਚੰਦ ਜੀਆਂ ਨੂੰ ਹੁਕਮ ਕੀਤਾ, ਲਾਹੌਰ ਵਿਖੇ ਤੁਹਾਡੇ ਕੁਝ ਸੰਬੰਧੀ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਕੋਈ ਵਿਆਹ ਕਾਰਜ ਤੁਸੀਂ ਜਾਣਾ ਕਰੋ। ਤੇ ਬਾਬਾ ਪ੍ਰਿਥੀ ਚੰਦ ਕਹਿੰਦਾ ਹੈ, ਪਿਤਾ ਜੀ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਦਾ ਕਾਰਜ ਬਹੁਤ ਵੱਡਾ ਹੈ, ਗੁਰੂ ਘਰ ਦਾ ਕਾਰਜ ਬਹੁਤ ਵੱਡਾ ਹੈ, ਤੇ ਇਹਨਾਂ ਕਾਰਜਾਂ ਨੂੰ ਸੰਭਾਲਣ ਵਾਸਤੇ ਜਿਹੜੀ ਮੇਰੀ ਸੇਵਾ ਲਾਈ ਹੋਈ ਹੈ, ਫਿਰ ਉਹ ਕੌਣ ਕਰੇਗਾ। ਉਹਦਾ ਮਾਇਆ ਨਾਲ ਬਹੁਤ ਪਿਆਰ ਸੀ, ਮਾਇਆ ਪੈਸੇ ਨਾਲ ਬੜਾ ਪਿਆਰ ਸੀ ਉਹਦਾ। ਸਿੱਕੇ ਗਿਣਦਿਆਂ ਗਿਣਦਿਆਂ ਇੱਕ ਦਿਨ ਹੱਥ ਦੇ ਉੱਪਰ ਕਾਲਖ ਲੱਗੀ, ਬਾਰ-ਬਾਰ ਕੱਪੜੇ ਨਾਲ ਸਾਫ਼ ਕਰੀ ਜਾਣ ਬਾਬਾ ਪ੍ਰਿਥੀ ਚੰਦ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਇਹ ਬਾਰ-ਬਾਰ ਕੱਪੜੇ ਨਾਲ ਕਿਉਂ ਸਾਫ਼ ਕੀਤਾ ਜਾ ਰਿਹਾ ਹੱਥ। ਪ੍ਰਿਥੀ ਚੰਦ ਕਹਿੰਦਾ, ਮਹਾਰਾਜ ਇਹ ਧਨ ਦੇ ਨਾਲੋਂ, ਇਹ ਸਿੱਕਿਆਂ ਦੇ ਨਾਲੋਂ ਜਿਹੜੀ ਕਾਲਖ ਹੈ ਨਾ, ਉਹ ਹੱਥਾਂ ਨੂੰ ਲੱਗਦੀ ਹੈ, ਉਸ ਨੂੰ ਸਾਫ਼ ਕਰਨ ਵਾਸਤੇ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਫਰਮਾਇਆ, ਇਹ ਮਾਇਆ ਹੈ ਹੀ ਇਹੋ ਜਿਹੀ ਹੈ, ਜਿਹਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ, ਜੇ ਤਾਂ ਉਸਨੇ ਆਪਣੀ ਮਿਹਨਤ ਮਸ਼ੱਕਤ ਦੇ ਨਾਲ ਕਮਾਈ ਹੋਵੇ ਸੋ ਉਹਦੀ ਜ਼ਿੰਦਗੀ ਨੂੰ ਦਾਗ ਨਹੀਂ ਲਾਉਂਦੀ। ਪਰ ਜਦੋਂ ਇਹ ਆਪਣੇ ਸਿਰ ਦੇ ਉੱਪਰ, ਮਨੁੱਖ ਦੇ ਸਿਰ ਦੇ ਉੱਪਰ ਚੜ੍ਹ ਕੇ ਬੋਲਣ ਲੱਗ ਜਾਵੇ, ਉਹਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ, ਦਾਗਾਂ ਦੇ ਨਾਲ, ਕਾਲਖ ਨਾਲ ਭਰ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕੀਤੇ ਗਲ ਵਡ ਹੱਤਿਆ ਕਮਾਹੇ, ਅਸੰਖ ਗਲ ਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਅਸੰਖ ਲੋਕ, ਅਸੰਖ ਤੋਂ ਭਾਵ ਹੁੰਦਾ ਗਿਣਤੀ ਨਹੀਂ ਹੈਗੀ ਕਿੰਨੇ ਲੋਕ ਇੱਕ ਦੂਜੇ ਦਾ ਗਲ ਵੱਢ ਕੇ ਆਪਣੇ ਘਰ ਨੂੰ ਭਰਨ ਵਾਸਤੇ ਲੱਗੇ ਹੋਏ ਨੇ। ਗਲ ਵਡ ਹੱਤਿਆ ਕਮਾਹੇ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਜਦੋਂ ਹੁਕਮ ਕੀਤਾ, ਉਹਨਾਂ ਨੇ 7 ਬਚਨ ਕਰਕੇ ਮੰਨ ਲਿਆ। ਗੁਰਗੱਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਦੇ ਦਿੱਤੀ ਗਈ। ਪ੍ਰਿਥੀ ਚੰਦ ਬੜਾ ਗੁੱਸੇ ਹੋਇਆ ਤੇ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਵੀ ਬੁਰਾ ਭਲਾ ਬੋਲਿਆ। ਗੁਰੂ ਰਾਮਦਾਸ ਸਾਹਿਬ ਜੀਆਂ ਨੂੰ, ਬਾਬਾ ਬੁੱਢਾ ਸਾਹਿਬ ਜੀਆਂ ਨੂੰ, ਭਾਈ ਗੁਰਦਾਸ ਜੀਆਂ ਨੂੰ ਵਰਗਿਆਂ ਨੂੰ ਆਖਿਆ ਕਿ ਇਹਨਾਂ ਨੂੰ ਪਤਾ ਨਹੀਂ ਹੈ, ਇਹਨਾਂ ਨੇ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਹੈ। ਗੁਰੂ ਰਾਮਦਾਸ ਸਾਹਿਬ ਜੀਆਂ ਦੇ 3 ਪੁੱਤਰ ਸਨ, ਬਾਬਾ ਪ੍ਰਿਥੀ ਚੰਦ ਜੀ, ਮਹਾਦੇਵ ਜੀ, ਔਰ ਸਭ ਤੋਂ ਛੋਟੇ ਨੇ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਜੀਆਂ ਨੂੰ ਜਦੋਂ ਗੁਰਗੱਦੀ ਮਿਲੀ, ਪ੍ਰਿਥੀ ਚੰਦ ਨੇ ਵਿਰੋਧ ਕੀਤਾ। ਇਹਨਾਂ ਦੀ ਘਰ ਵਾਲੀ ਹੈ ਬੀਬੀ ਕਰਮੋ, ਉਹਨੇ ਵੀ ਬਹੁਤ ਜ਼ਿਆਦਾ ਵਿਰੋਧ ਕੀਤਾ। ਤੇ ਬੀਬੀ ਕਰਮੋ ਮਾਤਾ ਗੰਗਾ ਜੀਆਂ ਨੂੰ, ਗੁਰੂ ਅਰਜਨ ਸਾਹਿਬ ਜੀਆਂ ਦੇ ਮਹਿਲਾਂ ਨੂੰ ਇਹ ਕਹਿਣਾ ਕਿ ਕੋਈ ਗੱਲ ਨਹੀਂ, ਜੇ ਗੁਰਗੱਦੀ ਤੁਹਾਨੂੰ ਮਿਲ ਗਈ ਹੈ ਤੇ ਤੁਹਾਡੇ ਘਰ ਕਿਹੜਾ ਕੋਈ ਔਲਾਦ ਹੈਗੀ ਹੈ, ਤੁਹਾਡੇ ਘਰ ਕੋਈ ਪੁੱਤਰ ਨਹੀਂ ਹੈਗਾ ਜਿਹਨੂੰ ਅੱਗੋਂ ਗੁਰਗੱਦੀ ਮਿਲੇਗੀ, ਇਸ ਕਰਕੇ ਤੁਸੀਂ ਗੁਰਗੱਦੀ ਕਿੰਨਾ ਕੁ ਚਿਰ ਨਿਭਾ ਸਕਦੇ ਹੋ। ਜਦੋਂ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਲੀ ਦੇ ਵਿੱਚੋਂ ਲੰਘਦਾ ਵੇਖਦਾ ਸੀ ਨਾ, ਜਦੋਂ ਗੁਰੂ ਅਰਜਨ ਸਾਹਿਬ ਜੀਆਂ ਨੇ ਦਰਸ਼ਨ ਕਰਨ ਵਾਸਤੇ ਜਾਣਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਦਰਬਾਰ 'ਚ ਜਾਣਾ, ਇਹ ਕੀ ਕਰਿਆ ਕਰਦਾ ਸੀ, ਗੁਰੂ ਅਰਜਨ ਸਾਹਿਬ ਜੀਆਂ ਦੇ ਉੱਪਰ ਚਿੱਕੜ ਸੁੱਟ ਦਿਆ ਕਰਦਾ ਸੀ। ਉੱਪਰ ਖੜੇ ਹੋਣਾ ਛੱਤ ਦੇ ਉੱਪਰ ਤੇ ਉੱਪਰ ਕੱਪੜਿਆਂ ਦੇ ਉੱਪਰ ਚਿੱਕੜ ਸੁੱਟ ਦੇਣਾ। ਗੁਰੂ ਅਰਜਨ ਸਾਹਿਬ ਜੀਆਂ ਨੇ ਮੰਦਾ ਨਾ ਬੋਲਣਾ, ਜਰਨ ਸ਼ਕਤੀ ਕਿਵੇਂ ਆਉਂਦਾ ਹੈ, ਕਿਵੇਂ ਅਸੀਂ ਆਪਣੇ ਜੀਵਨ ਮੁਕਤ ਕਰ ਸਕਦੇ ਹਾਂ, ਆਪਣੇ ਆਪ ਨੂੰ ਜਿੱਤ ਸਕਦੇ ਹਾਂ, ਪ੍ਰਭੂ ਕੀ ਆਗਿਆ ਨੂੰ ਆਪਣੀ ਆਤਮਾ ਦੇ ਨਾਲ ਜੋੜ ਸਕਦੇ ਹਾਂ, ਮੰਨ ਸਕਦੇ ਹਾਂ। ਬਾਬਾ ਪ੍ਰਿਥੀ ਚੰਦ ਜੀਆਂ ਨੇ ਜਦੋਂ ਇਹਨਾਂ ਦੇ ਉੱਪਰ ਚਿੱਕੜ ਸੁੱਟਣਾ ਤੇ ਘਰੇ ਆਣ ਕੇ ਕੱਪੜੇ ਬਦਲ ਕੇ ਫੇਰ ਜਾਣਾ, ਪਰ ਗੁਰੂ ਅਰਜਨ ਸਾਹਿਬ ਜੀਆਂ ਨੇ ਕਦੀ ਬਾਬਾ ਪ੍ਰਿਥੀ ਚੰਦ ਜੀਆਂ ਨੂੰ ਉੱਚਾ ਬੋਲ ਨਹੀਂ ਬੋਲਿਆ, ਕਦੀ ਮੰਦਾ ਬੋਲ ਨਹੀਂ ਬੋਲਿਆ। ਫਿਰ ਸੰਗਤਾਂ ਜਦੋਂ ਗੁਰੂ ਘਰਾਂ ਦੇ ਵਿੱਚੋਂ ਜਾਣਾ ਤੇ ਇਹਨੇ ਕੀ ਕਰਨਾ, ਆਪਣੇ ਸੇਵਕ ਅਹਿਲਕਾਰ ਭੇਜ ਕੇ ਤੇ ਧਨ ਪਦਾਰਥ ਉਹਨਾਂ ਦੇ ਕੋਲੋਂ ਲੈ ਲੈਣਾ ਤੇ ਪ੍ਰਸ਼ਾਦਾ ਛਕਣ ਵਾਸਤੇ ਗੁਰੂ ਅਰਜਨ ਸਾਹਿਬ ਜੀਆਂ ਦੇ ਕੋਲ ਭੇਜ ਦੇਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਸ਼ਾਦਾ ਛਕਾਉਣਾ ਸੰਗਤਾਂ ਨੂੰ। ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਇਹ ਘਰੇਲੂ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਪ੍ਰਿਥੀ ਚੰਦ ਨੇ ਸੁਲਭੀ ਖਾਨ ਤੇ ਸੁਲਹੀ ਖਾਨ ਇਹਨਾਂ ਦੋਵਾਂ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਮੇਰੇ ਭਰਾ ਨੇ, ਮੇਰੇ ਛੋਟੇ ਭਰਾ ਨੇ ਮੇਰਾ ਹੱਕ ਖੋਹ ਲਿਆ ਹੈ, ਜਦੋਂ ਕਿ ਖੋਇਆ ਨਹੀਂ ਸੀ।
ਇਹ ਗੁਰਗੱਦੀ ਮਿਲਦੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਕੋਲ ਅਤ ਦੀ ਨਿਮਰਤਾ ਹੋਵੇ, ਬਹੁਤ ਸਾਰੀ ਨਿਮਰਤਾ, ਬੜੀ ਨਿਮਰਤਾ ਹੋਵੇ, ਬੜਾ ਸਬਰ ਹੋਵੇ, ਉਹਨਾਂ ਨੂੰ ਇਹ ਪ੍ਰਾਪਤ ਹੋਈ। ਜਿੰਨਾ ਵੀ ਤੁਸੀਂ ਇਤਿਹਾਸ ਫਰੋਲ ਲਵੋ, ਜਿੰਨੀ ਵੱਡੀ ਨਿਮਰਤਾ ਉਹਨਾਂ ਨੂੰ ਹੀ ਗੁਰਗੱਦੀ ਪ੍ਰਾਪਤ ਹੋਈ ਹੈ। ਸੋ ਇਸ ਤਰੀਕੇ ਦੇ ਨਾਲ ਜਦੋਂ ਗੁਰਗੱਦੀ ਦਿੱਤੀ ਗਈ ਤੇ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਮਾਰਨ ਵਾਸਤੇ ਕਈ ਹੱਥ ਕੰਡੇ ਵਰਤਣ ਲੱਗ ਪਿਆ। ਕਿਧਰੇ ਸੁਲਹੀ ਖਾਨ ਨੂੰ ਆਖਿਆ ਕਿ ਇਸ ਘਰ ਦੇ ਉੱਪਰ ਚੜ੍ਹਾਈ ਕਰੋ, ਇਹਨਾਂ ਨੂੰ ਮਾਰ ਦਿਓ ਤੇ ਗੁਰਗੱਦੀ ਮੈਨੂੰ ਲੈ ਕੇ ਦਿਓ, ਮੇਰਾ ਹੱਕ ਬਣਦਾ ਹੈ। ਤੇ ਸੁਲਹੀ ਖਾਨ ਆਇਆ, ਪ੍ਰਿਥੀ ਚੰਦ ਨੇ ਪੱਠੇ ਲਵਾਏ ਸੀ, ਉਹ ਪੱਠੇ ਵੇਖਣ ਵਾਸਤੇ ਗਿਆ ਤੇ ਸੁਲਹੀ ਖਾਨ ਘੋੜੇ ਸਮੇਤ ਉਸ ਪੱਠੇ ਦੇ ਵਿੱਚ ਗਿਰ ਗਿਆ, ਜਿਸ ਨੂੰ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ, ਸੁਲਹੀ ਤੇ ਨਾਰਾਇਣ ਰਾਖ। ਰੱਬ ਜੀਆਂ ਨੇ ਸਾਨੂੰ ਸੁਲਹੀ ਦੇ ਇਸ ਨਾਪਾਕ ਕੰਮ ਤੋਂ, ਜਿਹੜਾ ਕਿ ਗੁਰੂ ਘਰ ਦੇ ਉੱਪਰ ਹਮਲਾ ਕਰਨ ਵਾਸਤੇ ਆ ਰਿਹਾ ਸੀ, ਤੇ ਕਹਿੰਦੇ ਨੇ ਉਸ ਬਲਾ ਨੂੰ, ਉਸ ਭੈੜੀ ਮੱਤ ਵਾਲੇ ਨੂੰ ਆਪਣੇ ਧਰਮ ਅਨੁਸਾਰ ਵੀ ਨਹੀਂ ਮਰਨ ਦਿੱਤਾ। ਰੱਬ ਜੀਆਂ ਨੇ ਨਾਪਾਕ ਕਰਕੇ ਮਾਰਿਆ, ਭਾਵ ਕਿ ਮੁਸਲਮਾਨ ਵੀਰ ਸਿਰ ਨੂੰ ਦਫਨਾਉਂਦੇ ਨੇ, ਪਰ ਉਹ ਅੱਗ ਦੇ ਵਿੱਚ ਨਾਪਾਕ ਹੋ ਕੇ ਸੜਿਆ। ਸੁਲਭੀ ਖਾਨ ਉਹ ਵੀ ਫਿਰ ਚੜ ਕੇ ਆਇਆ, ਉਹ ਵੀ ਮਰ ਗਿਆ। ਤੇ ਪ੍ਰਿਥੀ ਚੰਦ ਦੀ ਜਦੋਂ ਮੌਤ ਹੋਈ ਤੇ ਪ੍ਰਿਥੀ ਚੰਦ ਨੂੰ ਪੇਟ ਦਾ ਸੂਰ ਉੱਠਿਆ, ਜਿਹਨੂੰ ਆਪਾਂ ਹੈਜ਼ਾ ਕਹਿ ਦਿੰਨੇ ਆ, ਕਿ ਪਾਚਨ ਸ਼ਕਤੀ ਜਿਹੜੀ ਹੈ ਉਹ ਨਾ ਸਹੀ ਹੋਣੀ ਤੇ ਸਰੀਰ ਦੇ ਵਿੱਚੋਂ, ਪੇਟ ਦੇ ਵਿੱਚੋਂ ਭਿਆਨਕ ਦਰਦ ਉੱਠਣੀ। ਉਹ ਉੱਠੀ ਤੇ ਇਹਦਾ ਜਿਹੜਾ ਸਰੀਰ ਉਹ ਤਿਆਗ ਕੇ ਚਲਾ ਗਿਆ। ਉਸ ਤੋਂ ਬਾਅਦ ਜਹਾਂਗੀਰ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਜੀਆਂ ਦੇ ਨਾਲ ਨਫ਼ਰਤ ਕਿਉਂ ਕਰਦਾ ਹੈ? ਉਹ ਇਸ ਕਰਕੇ ਕਿ ਗੁਰਬਾਣੀ ਦੇ ਵਿੱਚ ਬਹੁਤ ਧੁਰਕੀ ਬਾਣੀ ਦੇ ਵਿੱਚ ਸਿੱਧੇ ਸਿਧਾਂਤ ਲਿਖੇ ਨੇ, ਸਚਾਈ ਲਿਖੀ ਹੈ, ਝੂਠ ਨਹੀਂ ਲਿਖਿਆ ਹੋਇਆ, ਧੁਰਕੀ ਬਾਣੀ ਹੈ। ਅਸੀਂ ਜੀਵ ਝੂਠੇ ਪੈ ਸਕਦੇ ਹਾਂ, ਪਰ ਗੁਰਬਾਣੀ ਧੁਰਕੀ ਹੈ ਔਰ ਸੱਚੀ ਹੈ, ਉਹਨੂੰ ਕੋਈ ਝੁਠਿਆ ਨਹੀਂ ਸਕਦਾ। ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਇਸ ਕਰਕੇ ਨਫ਼ਰਤ ਕਰਦਾ ਸੀ ਕਿ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਬਹੁਤ ਸਤਿਕਾਰ ਕਰਿਆ ਕਰਦੇ ਸੀ, ਅਤੇ ਬਹੁਤ ਸਾਰੇ ਹਿੰਦੂ ਵੀਰ, ਬਹੁਤ ਸਾਰੇ ਮੁਸਲਮਾਨ ਵੀਰ ਗੁਰੂ ਅਰਜਨ ਸਾਹਿਬ ਜੀਆਂ ਦੇ ਕੋਲ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਸਨ। ਔਰ ਜਿਹੜਾ ਧਾਰਮਿਕ ਗ੍ਰੰਥ ਜਿਹਦੀ ਸੰਪਾਦਨਾ ਕੀਤੀ ਗਈ, ਉਸ ਦੇ ਕਰਕੇ ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹਨੂੰ ਕੋਈ ਢੰਗ ਨਹੀਂ ਲੱਭ ਰਿਹਾ ਸੀ, ਕੋਈ ਤਰੀਕਾ ਨਹੀਂ ਲੱਭਦਾ ਪਿਆ ਸੀ। ਫਿਰ ਮੁਰਤਜ਼ਾ ਖਾਨ ਜਿਹੜਾ ਹੈ ਉਹ ਵੀ ਜਹਾਂਗੀਰ ਬਾਦਸ਼ਾਹ ਨੂੰ ਚਿੱਠੀਆਂ ਪਾਉਂਦਾ ਸੀ ਕਿ ਇੱਕ ਹਿੰਦੂ ਆਪਣੇ ਆਪ ਨੂੰ ਰੱਬ ਬਣਾਈ ਬੈਠਾ ਹੈ, ਝੂਠੀ ਦੁਕਾਨ ਖੋਲੀ ਹੈ ਉਹਨੇ। ਚਿੱਠੀ ਪਾ ਕੇ ਜਹਾਂਗੀਰ ਨੂੰ ਕਹਿੰਦਾ ਸੀ ਇਹਨਾਂ ਨੂੰ ਜਿੰਨਾ ਛੇਤੀ ਹੋ ਸਕੇ ਮਾਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ, ਨਹੀਂ ਤਾਂ ਸਾਡਾ ਧਰਮ ਖਤਰੇ ਦੇ ਵਿੱਚ ਹੋ ਪੈ ਜਾਵੇਗਾ, ਜਾਂ ਫਿਰ ਇਹਨਾਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਂਦਾ ਜਾਵੇ, ਸਾਡੇ ਧਰਮ ਦੇ ਵਿੱਚ ਲੈ ਕੇ ਆਂਦਾ ਜਾਵੇ। ਮੁਰਤਜ਼ਾ ਖਾਨ ਨੇ 1606 ਈਸਵੀ ਨੂੰ ਗੁਰੂ ਅਰਜਨ ਸਾਹਿਬ ਜੀਆਂ ਨੂੰ ਅੰਮ੍ਰਿਤਸਰ ਦੀ ਧਰਤੀ ਦੇ ਉੱਪਰੋਂ ਗ੍ਰਿਫਤਾਰ ਕਰਕੇ ਲਿਆਂਦਾ, ਔਰ ਸਵਾਲ ਪੁੱਛੇ ਗਏ ਜਹਾਂਗੀਰ ਦੇ ਕੋਲ ਲਿਆ ਕੇ। ਪੁੱਛਿਆ ਗਿਆ ਕਿ ਇਸ ਧਾਰਮਿਕ ਗ੍ਰੰਥ ਦੇ ਵਿੱਚ ਕੀ ਉਪਦੇਸ਼ ਹੈ, ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਹਿ ਦਿੱਤਾ ਸੀ ਇਹਦੇ ਵਿੱਚ ਉਪਦੇਸ਼ ਹੈ, ਜਿਹੜਾ ਬੇਈਮਾਨੀ ਕਰਦਾ ਹੈ, ਜਿਹੜਾ ਰਿਸ਼ਵਤ ਲੈ ਕੇ ਆਪਣੇ ਅਸੂਲਾਂ ਨੂੰ ਗਲਤ ਕਰਦਾ ਹੈ, ਉਹਨਾਂ ਨੂੰ ਕਹਿ ਦਿੱਤਾ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਕਾਏ। ਤੇ ਕਹਿੰਦੇ ਨੇ ਇਹ ਸਾਰੇ ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਕਹਿੰਦੇ ਨੇ ਇਹ ਤਿੰਨ ਹੀ ਨੇ, ਇੱਕ ਬ੍ਰਾਹਮਣ, ਦੂਜਾ ਇਸਲਾਮ ਤੇ ਤੀਜਾ ਜੋਗੀ। ਇਹ ਤਿੰਨੇ ਉਜਾੜੇ ਦੇ ਬੰਦ ਨੇ, ਇਹ ਸੰਸਾਰ ਨੂੰ ਉਜਾੜਨ ਵਾਸਤੇ ਤੁਲੇ ਹੋਏ ਨੇ। ਇੱਕ ਆਪਣੇ ਧਾਰਮਿਕ ਗ੍ਰੰਥ ਦੇ ਵਿੱਚੋਂ ਕੁਝ ਵੀ ਪੜ੍ਹ ਕੇ ਕਹਿ ਦਿੰਦਾ ਹੈ ਕਿ ਇਹ ਫਤਵਾ ਜਾਰੀ ਕਰ ਦਿਓ ਰਿਸ਼ਵਤ ਲੈ ਕੇ। ਇੱਕ ਬ੍ਰਾਹਮਣ ਉਹ ਕਹਿੰਦਾ ਮੈਂ ਹੀ ਰੱਬ ਦਾ ਰੂਪ ਹਾਂ। ਇੱਕ ਜੋਗੀ ਹੈ ਉਹ ਸਿੱਧੀਆਂ ਰਿੱਧੀਆਂ ਦੇ ਵਿੱਚ ਪੈ ਕੇ ਸੰਸਾਰ ਨੂੰ ਮੰਦਾ ਬੋਲਦੇ ਨੇ। ਤਿੰਨੇ ਉਜਾੜੇ ਕਾ ਬੰਦ। ਤੇ ਕਹਿੰਦੇ ਹੋਰ ਕੀ ਲਿਖਿਆ? ਕਹਿੰਦੇ ਇਹ ਵੀ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਪੁੱਛਿਆ ਗਿਆ ਇਹ ਕਿਉਂ ਲਿਖਿਆ? ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਾਂ ਦੇਹੁਰਾ ਨਾ ਮਸੀਤ। ਇਸ ਕਰਕੇ ਅਸੀਂ ਪੱਥਰਾਂ ਦੇ ਨਾਲ, ਇਮਾਰਤਾਂ ਦੇ ਨਾਲ ਨਹੀਂ ਜੁੜੇ ਹੋਏ, ਅਸੀਂ ਆਤਮਿਕ ਤੌਰ ਤੇ ਨਿਰੰਕਾਰ ਨਾਲ ਜੁੜੇ ਹੋਏ ਹਾਂ।
ਪੱਥਰਾਂ ਜਾਂ ਇਮਾਰਤਾਂ ਦੇ ਨਾਲ ਨਹੀਂ। ਸਾਡਾ ਕੋਈ ਪੱਛਮ ਵੱਲ ਜਾਂ ਦੱਖਣ ਵੱਲ ਰੱਬ ਨਹੀਂ ਵਸਦਾ, ਸਾਡਾ ਰੱਬ ਤਾਂ ਸਾਰਿਆਂ ਦੇ ਵਿੱਚ ਵਸਦਾ ਹੈ। ਕਹਿਣ ਲੱਗੇ ਜਹਾਂਗੀਰ ਕਹਿੰਦਾ ਚਲੋ ਠੀਕ ਹੈ, ਪਰ ਇੰਨਾ ਕੁਝ ਲਿਖਣ ਦੇ ਬਾਵਜੂਦ ਤੁਸੀਂ ਇਸ ਧਾਰਮਿਕ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਦੀ ਕੁਝ ਤੁਕ ਲਿਖਦੇ ਹੋ, ਉਹਨਾਂ ਦੀ ਸਿਫਤ ਲਿਖਦੇ ਹੋ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਇਹ ਤੁਰਕੀ ਬਾਣੀ ਹੈ, ਰੱਬੀ ਇਬਾਦਤ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪ ਸਾਡੇ ਸਰੀਰ ਦੇ ਵਿੱਚ ਵਿਚਰ ਕੇ, ਸਾਡੇ ਸਰੀਰ ਦੇ ਵਿੱਚ ਜੋਤ ਪ੍ਰਵੇਸ਼ ਕਰਕੇ ਇਹ ਲਿਖੀ ਗਈ ਹੈ, ਉਚਾਰਨ ਹੋਈ ਹੈ, ਤੁਰਕੀ ਬਾਣੀ ਹੈ। ਇਹਦੇ ਵਿੱਚ ਕਦੀ ਕਿਸੇ ਸਰੀਰ ਦੀ ਉਸਤਤੀ ਨਹੀਂ ਹੈ। ਜੇ ਉਸਤਤੀ ਹੈ ਤੇ ਕੇਵਲ ਨਿਰੰਕਾਰ ਦੀ, ਕੇਵਲ ਅਕਾਲ ਪੁਰਖ ਪਰਮਾਤਮਾ ਜੀਆਂ ਦੀ। ਇਸ ਕਰਕੇ ਨਹੀਂ ਲਿਖ ਸਕਦੇ। ਕਹਿੰਦੇ ਚਲੋ ਸਾਡੇ ਧਰਮ ਦੇ ਵਿੱਚ ਆ ਜਾਓ। ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਡੇ ਧਰਮ ਦੇ ਵਿੱਚ ਆਉਣ ਨਾਲ ਮੌਤ ਨਹੀਂ ਵਿਆਪੇਗੀ, ਸਰੀਰ ਨੂੰ ਕਸ਼ਟ ਨਹੀਂ ਹੋਣਗੇ। ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਚੰਦੂ ਦੀ ਆ ਗਈ, ਕਹਿਣ ਲੱਗੇ ਤੁਸੀਂ ਚੰਦੂ ਦੀ ਧੀ ਦਾ ਰਿਸ਼ਤਾ ਕਿਉਂ ਛੱਡਿਆ? ਕਿਉਂਕਿ ਜਿਹੜਾ ਚੰਦੂ ਸੀ ਉਸਨੇ ਆਪਣੀ ਬੱਚੀ ਦਾ ਰਿਸ਼ਤਾ ਕਰਨ ਵਾਸਤੇ ਕੁਝ ਭੇਜੇ ਸੀ ਅਹਿਲਕਾਰ, ਉਹਨਾਂ ਨੂੰ ਭੇਜ ਕੇ ਕਿਹਾ ਸੀ ਬੱਚੀ ਦਾ ਰਿਸ਼ਤਾ ਤੈਅ ਕਰਕੇ ਆਉਣਾ ਹੈ। ਤੇ ਉਹਨਾਂ ਨੇ ਯੋਗ ਵਾਰ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਰਿਸ਼ਤਾ ਤੈਅ ਕਰ ਦਿੱਤਾ। ਜਦੋਂ ਚੰਦੂ ਨੂੰ ਪਤਾ ਲੱਗਾ ਤੇ ਉਹਨੇ ਕਹਿ ਦਿੱਤਾ ਕਿ ਚੁਬਾਰੇ ਦੀ ਇੱਟ ਜਿਹੜੀ ਹੈ ਉਹ ਮੋਰੀ ਚ ਲਾ ਆਇਓ, ਭਾਵ ਕਿ ਮੈਂ ਉੱਚਾ ਹਾਂ, ਕਿਉਂਕਿ ਮੈਂ ਬਾਦਸ਼ਾਹ ਦਾ ਦੀਵਾਨ ਸਲਾਹਕਾਰ ਹਾਂ। ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਘਰ ਜਿਹੜਾ ਹੈ ਉਹ ਨੀਵਾਂ ਹੈ, ਆਰਥਿਕ ਪੱਖ ਤੋਂ ਭਾਵੇਂ ਕਿ ਉਹਦੀ ਨਜ਼ਰ ਦੇ ਵਿੱਚ ਹੈ, ਪਰ ਜਿਹੜਾ ਆਰਥਿਕ ਪੱਖ ਗੁਰੂ ਤਾਂ ਸਭ ਨੂੰ ਦਾਤਾ ਵੰਡਣ ਵਾਲਾ ਹੈ, ਉਹ ਕਿਉਂ ਉਹਦਾ ਘਰ ਕਿਉਂ ਨੀਵਾਂ ਹੋਏਗਾ? ਅਸਲ ਦੇ ਵਿੱਚ ਸਬਰ ਕਰਨਾ ਸਿਖਾਇਆ। ਕਹਿਣ ਲੱਗੇ ਗੁਰੂ ਸੰਗਤ ਨੇ ਫਿਰ ਆਖਿਆ ਕਿ ਗੁਰੂ ਸਾਹਿਬ ਜੀ ਇਹੋ ਜਿਹੇ ਹੰਕਾਰੀ ਦਾ ਕਦੀ ਰਿਸ਼ਤਾ ਆਪਾਂ ਕਬੂਲ ਨਹੀਂ ਕਰਨਾ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਵੀ ਸਮਝਾਇਆ ਹੈ ਕਿ ਸੰਗਤ ਜਿਹੜੀ ਹੈ ਉਹ ਗੁਰੂ ਦਾ ਰੂਪ ਹੁੰਦੀ ਹੈ, ਤੇ ਗੁਰੂ ਦਾ ਸੰਗਤ ਦਾ, ਗੁਰੂ ਦਾ ਹੁਕਮ ਮੰਨਣਾ ਇਹ ਤਾਂ ਸਾਡਾ ਅਸੂਲ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਆਖਿਆ ਅਤੇ ਗੁਰੂ ਘਰ ਨੂੰ ਮੋਰੀ ਆਖਿਆ, ਇਸ ਕਰਕੇ ਅਸੀਂ ਰਿਸ਼ਤਾ ਇਹਦਾ ਛੱਡ ਦਿੱਤਾ। ਤੇ ਉਹ ਕਹਿਣ ਲੱਗੇ ਚਲੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹ ਮੰਨਤਾ ਰਹਿਣੀ ਜਾਸਾ ਅਨੁਸਾਰ ਖੂਨ ਨਾ ਡੁੱਲੇ, ਤਸੀਹੇ ਦੇ ਦਿੱਤੇ ਜਾਣ। ਚੰਦੂ ਆਪਣੇ ਘਰ ਦੇ ਵਿੱਚ ਲੈ ਗਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ 5 ਦਿਨ ਤੱਕ ਤਸੀਹੇ ਦਿੱਤੇ ਗਏ। ਕੋਈ ਭੋਜਨ ਨਾ ਦਿੱਤਾ, ਰੋਟੀ ਨਾ ਦਿੱਤੀ, ਕੋਈ ਪਾਣੀ ਨਾ ਦਿੱਤਾ। ਪਹਿਲਾਂ ਤੱਤੀ ਰੇਤ ਦੇ ਉੱਪਰ ਜੇਠ ਦੇ ਮਹੀਨੇ ਦੇ ਵਿੱਚ ਆਪਾਂ ਵੇਖਦੇ ਹਾਂ ਕਿੰਨੀ ਜ਼ਿਆਦਾ ਗਰਮੀ ਹੈ, ਕਿੰਨੀ ਜ਼ਿਆਦਾ ਗਰਮੀ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਜਹਾਂਗੀਰ ਤੱਤਾ, ਮੁਰਤਜਾ ਖਾਂ ਤੱਤਾ, ਚੰਦੂ ਤੱਤਾ, ਸੂਰਜ ਵੀ ਤੱਤਾ, ਦਿਨ ਵੀ ਤੱਤਾ, ਰੇਤ ਵੀ ਤੱਤੀ ਹੈ। ਤੇ ਜੇ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਸਾਹਿਬ ਜੀਆਂ ਦੇ ਕੋਲ ਆਏ, ਕਹਿਣ ਲੱਗੇ ਗੁਰੂ ਸਾਹਿਬ ਜੀ ਤੁਸੀਂ ਤਾਂ ਕੁਝ ਵੀ ਕਰਨ ਦੇ ਸਮਰੱਥ ਹੋ, ਫਿਰ ਇੰਨਾ ਜ਼ਿਆਦਾ ਸਬਰ ਕਿਉਂ, ਇੰਨਾ ਜ਼ਿਆਦਾ ਸਬਰ ਕਿਉਂ? ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਹਿ ਦਿੱਤਾ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਜੀ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ। ਔਰ ਸਤਬੀਰ ਸਿੰਘ ਜੀਆਂ ਨੇ ਕਹਿ ਦਿੱਤਾ, ਕਹਿੰਦੇ ਸਾਈਂ ਮੀਆਂ ਮੀਰ ਜੀ ਵੀ ਤੱਤੇ ਉਤਰੇ, ਪਾਣੀ ਵੀ ਤੱਤਾ ਹੈ, ਪਰ ਜੇ ਇੱਕੋ ਇੱਕ ਠੰਡਾ ਹੈ ਸਰੀਰ ਤਾਂ ਉਹ ਹਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਇੰਨੇ ਤਪਦੇ ਹੋਏ ਮਾਹੌਲ ਦੇ ਵਿੱਚ ਵੀ ਜੇ ਕੋਈ ਠੰਡਾ ਹੈ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਤੱਤੀ ਰੇਤਾ ਦੇ ਉੱਪਰ ਬਿਠਾਇਆ ਗਿਆ, ਫਿਰ ਤੱਤੀ ਰੇਤ ਦੇ ਉੱਪਰ ਬਿਠਾ ਕੇ ਤੱਤੀ ਰੇਤਾ ਸੀਸ ਦੇ ਉੱਪਰ ਪਾਈ ਗਈ ਤੇ ਤੱਤੀ ਤਵੀ ਤੇ ਬਿਠਾਇਆ ਗਿਆ। ਤੱਤੀ ਲੋਹ ਦੇ ਉੱਪਰ ਬਿਠਾਇਆ ਗਿਆ। ਦੇਗ 'ਚ ਉਬਾਲੇ ਦਿੱਤੇ ਗਏ, ਪਾਣੀ ਦੇ ਵਿੱਚ ਪਾ ਕੇ ਦੇਗ 'ਚ ਉਬਾਲੇ ਦਿੱਤੇ ਗਏ। ਔਰ ਉਸ ਤੋਂ ਬਾਅਦ ਇੱਕ ਰਾਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਸ ਸਰੀਰ ਦੇ ਵਿੱਚ ਰਹਿ ਕੇ ਆਪਣੀ ਜੋਤ ਸਰੀਰ ਦੇ ਵਿੱਚ ਰੱਖ ਕੇ ਕੱਟੀ। 5 ਦਿਨ ਤੱਕ ਇਹ ਚੰਦੂ ਤਸੀਹੇ ਦਿੰਦਾ ਰਿਹਾ। ਸਭ ਤੋਂ ਵੱਡੀ ਗੱਲ ਹੈ ਤੱਤੀ ਰੇਤਾ ਦੇ ਉੱਪਰ ਬੈਠਣਾ ਔਰ ਸੀਸ ਦੇ ਉੱਪਰ ਤੱਤੀ ਰੇਤ ਪਵਾ ਲੈਣੀ। ਉਸ ਤੋਂ ਵੱਡੀ ਗੱਲ ਹੈ ਉਬਲਦੀ ਦੇਗ ਦੇ ਵਿੱਚ ਬੈਠ ਜਾਣਾ। ਔਰ ਉਸ ਤੋਂ ਵੀ ਵੱਡੀ ਗੱਲ ਹੈ ਤੱਤੀ ਤਵੀ ਦੇ ਉੱਪਰ ਬੈਠ ਜਾਣਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੇ ਤਸੀਹੇ ਹੋਣ ਦੇ ਬਾਵਜੂਦ ਵੀ ਸਰੀਰ ਦੇ ਉੱਪਰ ਫਲੂਹੇ ਵੀ ਬਣ ਚੁੱਕੇ ਨੇ। ਜਿਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਚੌਕੜਾ ਮਾਰ ਕੇ ਤੱਤੀ ਤਵੀ ਦੇ ਉੱਪਰ ਬੈਠੇ ਸਨ, ਉਹ ਸਰੀਰ ਦੀਆਂ ਲੱਤਾਂ ਜਿਹੜੀਆਂ ਨੇ, ਸਰੀਰ ਦਾ ਲੱਤਾਂ ਦਾ ਜਿਹੜਾ ਮਾਸ ਹੈ ਉਹ ਵੀ ਸੜ ਚੁੱਕਿਆ ਹੈ।
ਔਰ ਇੱਕ ਰਾਤ ਜਿਹੜੀ ਕੱਟਣੀ ਹੈ ਇਹੋ ਜਿਹੇ ਸਰੀਰ ਦੇ ਵਿੱਚੋਂ ਕਿੰਨੀ ਭਿਆਨਕ ਹੋਵੇਗੀ। ਉਸ ਨੂੰ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਰ ਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਨਿਰਵਾਣ ਸਦੀ ਮੀਨ ਕੁਲੀਨ ਰਹਿੰਦੇ ਨੇ। ਹਮੇਸ਼ਾ ਹੀ ਨਿਮਰਤਾ ਦੇ ਨਾਲ, ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਨਾ, ਤੇ ਪਾਣੀ ਦੇ ਵਿੱਚ ਹੀ ਨਿਵਾਸ ਕਰਦੀ ਹੈ, ਤੇ ਕਹਿੰਦੇ ਉਸੇ ਦੇ ਵਿੱਚ ਰਹਿ ਕੇ ਆਪਣਾ ਸਬਰ ਕਰਦੀ ਹੈ। ਐਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰੇਮ ਦੇ ਵਿੱਚ ਭਿੱਜੇ ਹੋਏ ਹਨ, ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ। ਔਰ ਗੁਰੂ ਅਰਜਨ ਸਾਹਿਬ ਜੀਆਂ ਦੇ ਉੱਤੋਂ ਕਹਿੰਦੇ ਨੇ, ਗੁਰੂ ਅਰਜਨ ਬਿਟੋ ਕੁਰਬਾਨੀ, ਮੈਂ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਉੱਪਰੋਂ ਕੁਰਬਾਨ ਜਾਂਦਾ। ਕਿਉਂ ਕੁਰਬਾਨ ਜਾਂਦਾ ਹੈ? ਤੇ ਭਾਈ ਗੁਰਦਾਸ ਜੀਆਂ ਨੇ ਇਹ ਬਚਨ ਕੀਤੇ ਔਰ ਭੱਟ ਸਾਹਿਬਾਨਾਂ ਨੇ ਤੇ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਉਸ ਹਿਰਦੇ ਦੇ ਵਿੱਚ ਵਸਦੀ ਹੈ ਜਿਸ ਹਿਰਦੇ ਦੇ ਵਿੱਚ ਰੱਬੀ ਪ੍ਰੇਮ ਹੋਵੇ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਜਿੰਨਾ ਚਿਰ ਹਿਰਦੇ ਦੇ ਭਾਗ ਚੰਗੇ ਨਹੀਂ ਬਣਦੇ, ਉਗੜਦੇ ਨਹੀਂ, ਤਬ ਲਉ ਭਰਮਤੇ ਫਿਰਤੇ ਬਹੁਤਾਇਓ, ਉਹਨਾਂ ਚਿਰ ਅਸੀਂ ਭਰਮਦੇ ਫਿਰਾਂਗੇ, ਭਟਕਦੇ ਫਿਰਾਂਗੇ। ਕੱਲ ਘੋਰ ਸਮੁੰਦਰ ਮੈਂ ਬੂਢਤ ਥੇ, ਕਹਿੰਦੇ ਹੇ ਵਾਹਿਗੁਰੂ ਜੀ, ਅਸੀਂ ਕਲ ਯੁੱਗ ਦੇ ਵਿੱਚ ਘੋਰ ਸਮੁੰਦਰ ਦੇ ਵਿੱਚ ਡੁੱਬਦੇ ਪਏ ਸੀ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਸਾਡੇ ਅੰਦਰ ਦਾ ਪਛਤਾਵਾ ਕਦੀ ਖਤਮ ਨਹੀਂ ਹੋਇਆ। ਤਤ ਵਿਚਾਰ ਜਹੇ ਮਥੁਰਾ, ਭੱਟ ਮਥੁਰਾ ਜੀ ਕਹਿੰਦੇ ਨੇ ਤਤ ਦੀ ਗੱਲ ਤਾਂ ਇਹ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਗ ਤਾਰਨ ਕੋ ਅਵਤਾਰ ਬਣਾਇਓ। ਅਤੇ ਅਗਲੀ ਗੱਲ ਕਹਿ ਦਿੱਤੀ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ ਆਇਓ। ਉਹ ਸੰਕਟ ਦੇ ਵਿੱਚ, ਗਰਭ ਦੇ ਵਿੱਚ, ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਜਿੰਨੀ ਸਮਰੱਥਾ ਸਬਰ ਗੁਰੂ ਅਰਜਨ ਸਾਹਿਬ ਜੀਆਂ ਨੇ ਕੀਤਾ, ਓਨਾ ਹੀ ਸਬਰ ਉਹਦਾ ਸਿੱਖ ਫਿਰ ਕਰਨ ਲੱਗ ਪੈਂਦਾ ਹੈ। ਬਾਣੀ ਪੜ੍ਹ ਕੇ ਦੁੱਖ ਸੁੱਖ ਨੂੰ ਸਮ ਕਰਕੇ ਸਮਝਣ ਲੱਗ ਪੈਂਦਾ ਹੈ ਉਹਦਾ ਸਿੱਖ, ਇੰਨੀ ਜ਼ਿਆਦਾ ਸਮਰੱਥਾ ਰੱਖਣ ਲੱਗ ਪੈਂਦਾ ਹੈ। ਔਰ ਇਥੋਂ ਤੱਕ ਤੇ ਭੱਟ ਸਾਹਿਬਾਨਾਂ ਨੇ ਕਹਿ ਦਿੱਤਾ, ਕਹਿੰਦੇ ਨੇ ਗੁਰ ਅਰਜਨ ਪ੍ਰਤਾਖਰ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ। ਗੁਰ ਅਰਜਨ ਪ੍ਰਤਾਖਰ ਰੱਬ ਦਾ ਰੂਪ ਹਨ। ਰੱਬ ਦਾ ਰੂਪ ਕਿਵੇਂ? ਸੰਸਾਰ ਦੇ ਅਨੇਕਾਂ ਲੋਕ ਹਰ ਰੋਜ਼ ਰੱਬ ਨੂੰ ਉਲਾਮੇ ਦਿੰਦੇ ਨੇ, ਰੱਬਾ ਦਿੱਤਾ ਕੁਛ ਨਹੀਂ ਹੈ, ਰੱਬ ਜੀ ਬਣਿਆ ਕੁਛ ਨਹੀਂ ਹੈ, ਰੱਬ ਜੀ ਘਾਟਾ ਪੈ ਗਿਆ। ਪਰ ਰੱਬ ਕਦੀ ਕਿਸੇ ਨਾਲ ਗਿਲਾ ਨਹੀਂ ਕਰਦਾ, ਰੱਬ ਕਦੀ ਕਿਸੇ ਨਾਲ ਰੋਸ ਦੇ ਵਿੱਚ ਨਹੀਂ ਆਉਂਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਵੇਂ ਹਨ, ਉਹਨਾਂ ਨੇ ਕਦੀ ਕਿਸੇ ਨਾਲ ਰੋਸ ਨਹੀਂ ਕੀਤਾ, ਸਗੋਂ ਰੱਬ ਦਾ ਰੂਪ ਹੋ ਕੇ ਹਮੇਸ਼ਾ ਠੰਡੇ ਹੀ ਰਹੇ, ਪ੍ਰਤੱਖ ਹਰ। ਤੇ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਜਿਹੜੀ ਆਪਾਂ ਅੱਜ ਵਿਚਾਰੀ ਹੈ, 9ਵੀਂ ਅਸ਼ਟਪਦੀ ਦਾ ਜਿਹੜਾ 7ਵਾਂ ਪਦ ਹੈ, ਸਤਿਗੁਰੂ ਜੀ ਕਹਿੰਦੇ ਨੇ, ਜਿਹੜਾ ਮਨੁੱਖ ਇਹ ਸਮਝ ਲੱਗ ਪਵੇ ਜੋ ਵਰਤਾਏ ਸਾਈ ਜੁਗਤ, ਰੱਬਾ ਜੋ ਤੂੰ ਵਰਤਾਉਂਦਾ ਹੈ ਉਹ ਭਲੀ ਜੁਗਤ ਹੈ, ਜੋ ਤੁਧ ਭਾਵੇ ਸਾਈ ਭਲੀ ਕਾਰ। ਤੇ ਸਤਿਗੁਰੂ ਜੀ ਕਹਿੰਦੇ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਉਸ ਇਨਸਾਨ ਦਾ ਜੀਵਨ ਮੁਕਤ ਹੋ ਜਾਂਦਾ ਹੈ, ਉਸ ਇਨਸਾਨ ਦਾ ਇਸ ਸੰਸਾਰ ਦੇ ਵਿੱਚ ਆਇਆ ਸਫਲ ਹੋ ਜਾਂਦਾ ਹੈ। ਧੰਨ ਹਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਬਰ ਸੰਤੋਖ ਦੇ ਨਾਲ ਆਪਣੇ ਆਪ ਨੂੰ ਤਤੀ ਤਵੀ ਤੇ ਬਿਠਾ ਕੇ ਵੀ ਰੱਬ ਜੀਆਂ ਦਾ ਧੰਨਵਾਦ ਕੀਤਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਆਖੀਏ, ਸਤਿਗੁਰੂ ਕਿਰਪਾ ਕਰੋ, ਸਾਨੂੰ ਬਾਣੀ ਪੜਨ ਦਾ ਜਾਚ ਆ ਜਾਵੇ, ਬਾਣੀ ਪੜਨ ਦਾ ਢੰਗ ਆ ਜਾਵੇ, ਸੇਵਾ ਕਰਨ ਦਾ ਢੰਗ ਆ ਜਾਵੇ, ਤਾਂ ਕਿ ਅਸੀਂ ਤੁਹਾਡੀ ਬਾਣੀ ਨੂੰ ਪੜ੍ਹ ਸੁਣ ਵਿਚਾਰ ਕੇ ਅਸੀਂ ਵੀ ਸਬਰ ਕਰਨਾ ਸਿੱਖ ਜਾਈਏ, ਭੁੱਖ ਦੇ ਵਿੱਚ ਵੀ ਰੱਜੇ ਹੋਏ ਮਹਿਸੂਸ ਕਰੀਏ, ਦੁੱਖ ਦੇ ਵਿੱਚ ਵੀ ਸੁੱਖ ਮਹਿਸੂਸ ਕਰੀਏ, ਅਤੇ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ